Hello, dear aspirants. I welcome you all in this beautiful platform of Varma Academy. So, as you all know, ਆਪਣੇ ਇਸ ਪਲੇਟਫਾਰਮ ਤੇ ਕਾਫੀ ਲੰਬੇ ਸਮੇਂ ਤੋਂ ਤੁਹਾਡੇ ਲਈ ਕਲਾਸਾਂ ਦਾ ਜਿਹੜੀਆਂ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ ਸੋ ਦੈਟ ਤੁਸੀਂ ਆਪਣੇ ਐਗਜ਼ਾਮ ਦੀ ਜਿਹੜੀ ਪ੍ਰੈਪਰੇਸ਼ਨ ਕਰ ਰਹੇ ਹੋ ਉਹ ਧਿਆਨ ਨਾਲ ਕਰ ਸਕੋ ਤੇ ਜਿੰਨਾ ਵੀ ਮਟੀਰੀਅਲ ਤੁਹਾਨੂੰ ਪ੍ਰੋਵਾਈਡ ਕਰਵਾਇਆ ਜਾ ਰਿਹਾ ਹੈ ਐਜ਼ ਯੂ ਆਲ ਨੋ ਆਪਾਂ ਨੂੰ ਫ੍ਰੀ ਆਫ ਕਾਸਟ ਹੈ ਜਿਹੜਾ ਤੁਹਾਨੂੰ ਪ੍ਰੋਵਾਈਡ ਕਰਵਾਇਆ ਜਾ ਰਿਹਾ ਸੋ ਦੈਟ ਤੁਸੀਂ ਜਿਸ ਵੀ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਹੋ ਉਹਦੇ ਵਿੱਚ ਤੁਹਾਡਾ ਜਿਹੜਾ ਹੈ ਕਹਿ ਲਓ ਮਨੀ ਨਾਲ ਰਿਲੇਟਡ ਇਕਨੋਮਿਕਲੀ ਜਿਹੜਾ ਤੁਸੀਂ ਹੈ ਉਸ ਦੇ ਵਿੱਚ ਤੁਹਾਡਾ ਅੜਿੱਕਾ ਨਾ ਬਣੇ ਤੇ ਤੁਸੀਂ ਜਿਹੜਾ ਈਜ਼ੀਲੀ ਹਰ ਇੱਕ ਜਿਹੜਾ ਟੌਪਿਕ ਆਪਣਾ ਕਲੀਅਰ ਕਰ ਸਕੋ ਵਿਦਆਊਟ ਪੇਇੰਗ ਐਨੀ ਫੀਸ ਤਾਂ ਆਪਣਾ ਜਿਹੜਾ ਹੈ ਕਲਾਸਾਂ ਤੁਹਾਨੂੰ ਫ੍ਰੀ ਆਫ ਕਾਸਟ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ ਸੋ ਕਲਾਸਾਂ ਨੂੰ ਤੁਸੀਂ ਧਿਆਨ ਦੇ ਨਾਲ ਹੈ ਜਿਹੜਾ ਅਟੈਂਡ ਕਰਨਾ ਹੈ ਤੇ ਆਪਣੇ ਜਿਹੜੇ ਨੋਟਸ ਹੈ ਨਾਲ ਬਣਾਉਂਦੇ ਰਹਿਣਾ ਹੈ ਹਾਂਜੀ ਤਾਂ ਆਪਾਂ vocab ਦੀਆਂ ਕਲਾਸਾਂ ਸੀ ਜਿਹੜੀਆਂ ਪਿੱਛੇ ਸਟਾਰਟ ਕੀਤੀਆਂ ਸੀਰੀਜ਼ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਹੈ ਅੱਜ ਦੀ ਤੁਹਾਡੀ ਜਿਹੜੀ ਕਲਾਸ ਹੈ 26 ਨੰਬਰ ਕਲਾਸ ਆਪਾਂ ਡਿਸਕਸ ਕਰਾਂਗੇ ਨਵੇਂ ਵਰਡਸ ਡਿਸਕਸ ਕਰਾਂਗੇ ਇੰਗਲਿਸ਼ vocab ਦੇ ਸਿਨੋਨਿਮ ਐਂਟੋਨਿਮ ਵਨ ਵਰਡ ਸਬਸਟੀਟਿਊਸ਼ਨ ਸਪੈਲਿੰਗ ਐਰਰ ਫਿਰ ਪ੍ਰੈਪੋਜੀਸ਼ਨ ਦੇ ਟੌਪਿਕ ਤਾਂ ਇਹ ਜਿਹੜੇ ਤੁਹਾਡੇ ਕੋਲੇ ਆਪਾਂ ਕਹ ਲਓ ਚੱਲਦੀ ਹੁੰਦੀ ਹੈ ਸੀਰੀਜ਼ ਆਪਾਂ ਜਿਹੜਾ ਹੈਗਾ ਹਰ ਇੱਕ ਵਰਡ ਨੂੰ ਧਿਆਨ ਦੇ ਨਾਲ ਦੇਖਾਂਗੇ ਹਾਂਜੀ ਤੇ ਫਰਸਟ ਸਭ ਤੋਂ ਪਹਿਲਾਂ ਜਿਹੜੇ ਵੀ ਸਟੂਡੈਂਟ ਚੈਨਲ ਦੇ ਤੇ ਨੇ ਉਹਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸੈਕੰਡ ਵਿੱਚ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਤੁਹਾਨੂੰ ਜਿਹੜੇ ਕੋਲ ਜਿਹੜੀ ਵੀ ਕੋਈ ਨਵੀਂ ਨੋਟੀਫਿਕੇਸ਼ਨ ਹੈ ਜਿਹੜੀ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ ਉਹ ਤੁਹਾਨੂੰ ਮਿਲ ਜੇ ਤੇ ਸੈਕੰਡ ਵਿੱਚ ਜਦੋਂ ਵੀ ਕੋਈ ਨਵੀਂ ਕਲਾਸ ਆਪਣੇ ਕੋਲੇ ਅਪਲੋਡ ਹੁੰਦੀ ਹੈ ਤਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਤਾਂ ਤੁਹਾਨੂੰ ਜਿਹੜਾ ਉਹ ਕਲਾਸ ਅਟੈਂਡ ਕਰਨ ਦੇ ਲਈ ਜਿਹੜਾ ਉਹ ਪਤਾ ਲੱਗ ਜੇ ਸੈਕੰਡ ਵਿੱਚ ਜਿੰਨੇ ਵੀ ਸਟੂਡੈਂਟ ਚੈਨਲ ਤੇ ਨਿਊ ਨੇ ਤਾਂ ਆਪਣਾ ਜਿਹੜਾ ਟੈਲੀਗ੍ਰਾਮ ਗਰੁੱਪ ਹੈ ਜੀ ਉਹਦਾ ਲਿੰਕ ਤੁਹਾਨੂੰ ਕੀ ਹੋ ਜਾਏਗਾ ਕਲਾਸ ਦੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ ਤੁਸੀਂ ਟੈਲੀਗ੍ਰਾਮ ਗਰੁੱਪ ਵੀ ਜੁਆਇਨ ਕਰ ਲੈਣਾ ਬਿਕਾਜ਼ ਹਰ ਇੱਕ ਇੰਪੋਰਟੈਂਟ ਨੋਟੀਫਿਕੇਸ਼ਨ ਤੁਹਾਨੂੰ ਉੱਥੇ ਪ੍ਰੋਵਾਈਡ ਕਰਵਾਈ ਜਾਏਗੀ ਫਿਰ ਚਾਹੇ ਉਹ ਤੁਹਾਡੀ ਕਲਾਸ ਦੇ ਨਾਲ ਰਿਲੇਟਡ ਹੋਵੇ ਜੋ ਤੁਹਾਡਾ ਵੀਡੀਓ ਦੇ ਤੇ ਕੋਈ ਸੈਸ਼ਨਲ ਉਹਦੇ ਨਾਲ ਰਿਲੇਟਡ ਹੋਵੇ ਜਾਂ ਫਿਰ ਕਿਸੇ ਐਗਜ਼ਾਮ ਦੇ ਕਹਿ ਲਓ ਐਗਜ਼ਾਮ ਦਾ ਕੋਈ ਨੋਟੀਫਿਕੇਸ਼ਨ ਹੈ ਉਹਦੀ ਵੀ ਜਿਹੜੀ ਤੁਹਾਨੂੰ ਇਨਫੋਰਮੇਸ਼ਨ ਹੈ ਜਿਹੜੀ ਟੈਲੀਗ੍ਰਾਮ ਗਰੁੱਪ ਦੇ ਉੱਤੇ ਪ੍ਰੋਵਾਈਡ ਕਰਵਾਈ ਜਾਂਦੀ ਹੈ ਸੈਕੰਡ ਚੀਜ਼ YouTube ਦੇ ਉੱਤੇ ਹੋਣ ਵਾਲੇ ਹਰ ਇੱਕ ਸੈਸ਼ਨ ਦੇ ਕਲਾਸ ਨੋਟਸ ਨੇ ਜਿਹੜੇ ਤੁਹਾਨੂੰ ਪੀਪੀਟੀ ਫਾਰਮ ਦੇ ਵਿੱਚ ਹੈ ਜਿਹੜਾ ਐਨੋਟੇਸ਼ਨ ਫਾਈਲ ਦੀ ਫਾਰਮ ਦੇ ਵਿੱਚ ਹੈ ਜਿਹੜੇ ਤੁਹਾਨੂੰ ਪ੍ਰੋਵਾਈਡ ਕਰਵਾਏ ਜਾਂਦੇ ਉਹ ਵੀ ਆਪਣੇ ਟੈਲੀਗ੍ਰਾਮ ਗਰੁੱਪ ਦੇ ਉੱਤੇ ਹੀ ਤੁਹਾਨੂੰ ਕਹਿ ਲਓ ਮਿਲ ਜਾਂਦੇ ਆ ਸੈਕੰਡ ਚੀਜ਼ ਹੈ ਜੇ ਆਪਣੇ ਕੋਲੇ ਜਿਹੜੇ ਵੀ ਸਟੂਡੈਂਟ ਹੁਣ ਕਲਾਸਿਸ ਤੁਸੀਂ ਲਗਾ ਰਹੇ ਹੋ ਤਿਆਰੀ ਤੁਸੀਂ ਕਰ ਰਹੇ ਹੋ ਆਪਣੇ ਕੋਲ ਇੱਕ ਚੀਜ਼ ਹੁੰਦੀ ਹੈ ਕਿ ਆਪਾਂ ਹੁਣ ਉਹਨਾਂ ਨੂੰ ਕਿਸ ਤਰੀਕੇ ਨਾਲ ਕੁਐਸਚਨ ਹੈ ਜਿਹੜੇ ਉਸਦੇ ਅਟੈਂਡ ਕਰਨੇ ਆ ਅਟੈਂਪਟ ਕਰਨੇ ਆ ਕਿਵੇਂ ਤੁਸੀਂ ਕੁਐਸਚਨ ਹੈ ਜਿਹੜੇ ਲਗਾ ਕੇ ਦੇਖਣੇ ਆ ਉਹਦੇ ਵਾਸਤੇ ਤੁਹਾਡੇ ਲਈ ਛੋਟਾ ਜਿਹਾ ਇਨੀਸ਼ੀਏਟਿਵ ਕੀਤਾ ਜਾ ਰਿਹਾ ਦੈਟ ਇਜ਼ ਆਪਣੇ ਕੋਲ ਕੀ ਹੈ ਟੈਲੀਗ੍ਰਾਮ ਗਰੁੱਪ ਦੇ ਤੁਹਾਨੂੰ ਕੁਇਜ਼ ਤੇ ਪੋਲਸ ਹੈ ਜਿਹੜੇ ਸ਼ੇਅਰ ਕੀਤੇ ਜਾਂਦੇ ਆ ਜਿਨ੍ਹਾਂ ਦੇ ਵਿੱਚ ਤੁਸੀਂ ਪਾਰਟਿਸਿਪੇਟ ਕਰ ਸਕਦੇ ਹੋ ਤੇ ਆਪਣੀ ਤਿਆਰੀ ਦਾ ਲੈਵਲ ਹੈ ਜਿਹੜਾ ਚੈੱਕ ਕਰ ਸਕਦੇ ਹੋ ਸੇਮ ਹੀ ਤੁਹਾਡੇ ਕੋਲੇ ਲੈਵਲ ਰੱਖਿਆ ਜਾਂਦਾ ਜੋ ਕਿ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਤਾਂ ਜਿਹੜਾ ਹੈਗਾ ਤੁਸੀਂ ਟੈਲੀਗ੍ਰਾਮ ਗਰੁੱਪ ਜੁਆਇਨ ਕਰਕੇ ਇਸ ਚੀਜ਼ ਦਾ ਬੈਨੀਫਿਟ ਹੈ ਜਿਹੜਾ ਉਹ ਲੈ ਸਕਦੇ ਹੋ ਹਾਂਜੀ ਤਾਂ ਟੈਲੀਗ੍ਰਾਮ ਗਰੁੱਪ ਦਾ ਲਿੰਕ ਅਗੇਨ ਤੁਹਾਨੂੰ ਦੱਸ ਦਿੱਤਾ ਜਾਵੇ ਤੁਹਾਨੂੰ ਕਲਾਸ ਦੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ ਤੇ ਤੁਸੀਂ ਇਹ ਜਿਹੜਾ ਉੱਥੋਂ ਟੈਲੀਗ੍ਰਾਮ ਗਰੁੱਪ ਜੁਆਇਨ ਕਰ ਸਕਦੇ ਹੋ ਹਾਂਜੀ ਤਾਂ ਹੁਣ ਆਪਾਂ ਸਟਾਰਟ ਕਰਦੇ ਹਾਂ ਆਪਣੀ ਅੱਜ ਦੀ ਕਲਾਸ 26 ਨੰਬਰ ਕਲਾਸ ਹੈ ਅਗੇਨ ਤੁਹਾਨੂੰ ਪਹਿਲਾਂ ਦੱਸ ਦਿੱਤਾ ਗਿਆ ਇੰਗਲਿਸ਼ vocab ਇੱਥੇ ਆਪਾਂ ਸਿੱਖਾਂਗੇ ਵਿਦ ਨਿਮੋਨਿਕਸ ਟ੍ਰਿਕਸ ਦੇ ਨਾਲ ਤਾਂ ਸਭ ਤੋਂ ਪਹਿਲਾਂ ਜਿਹੜਾ ਪੋਰਸ਼ਨ ਆਪਾਂ ਡਿਸਕਸ ਕਰਾਂਗੇ ਉਹ ਹੈ ਜੀ ਵਨ ਵਰਡ ਸਬਸਟੀਟਿਊਸ਼ਨ ਤਾਂ OWS ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਵਨ ਵਰਡ ਸਬਸਟੀਟਿਊਸ਼ਨ ਕਹਿ ਲਓ OWS ਕਹਿ ਲਓ ਅਨੇਕ ਸ਼ਬਦਾਂ ਦੀ ਥਾਂ ਤੇ ਇੱਕ ਸ਼ਬਦ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਪੰਜਾਬੀ ਦੇ ਵਿੱਚ ਤਾਂ ਹੁਣ ਆਪਣੇ ਕੋਲ ਕੀ ਹੋਗੀ ਪੂਰੀ ਫਰੇਜ਼ ਹੋਗੀ ਤੇ ਉਹਦੇ ਵਾਸਤੇ ਤੁਸੀਂ ਕੀ ਕਰਨਾ ਹੁੰਦਾ ਇੱਕ ਵਰਡ ਸਬਸਟੀਟਿਊਟ ਕਰਨਾ ਹੁੰਦਾ ਜਿਹੜਾ ਕਿ ਉਹਦਾ ਮੀਨਿੰਗ ਡਿਪਿਕਟ ਕਰਦਾ ਹੁੰਦਾ ਹਾਂਜੀ ਤਾਂ ਫਰਸਟ ਫਰੇਜ਼ ਜਿਹੜੀ ਤੁਹਾਨੂੰ ਅੱਜ ਦੀ ਕਲਾਸ ਦੇ ਵਿੱਚ ਸਕਰੀਨ ਦੇ ਉੱਤੇ ਸ਼ੋ ਹੋ ਰਹੀ ਹੈ ਫਰੇਜ਼ ਕੀ ਆਪਣੇ ਕੋਲੇ ਅ ਪਰਸਨ ਹੂ ਫਾਰਮਲੀ ਰਿਕੁਐਸਟਸ ਅ ਜੌਬ ਫॉर ਐਗਜ਼ਾਮਪਲ ਤੁਸੀਂ ਖੁਦ ਹੋ ਤਾਂ ਤੁਸੀਂ ਕੀ ਕਰਦੇ ਹੋ ਜਦੋਂ ਤੁਸੀਂ ਕਿਸੇ ਕਹਿ ਲਓ ਪੋਸਟ ਦੇ ਲਈ ਅਪਲਾਈ ਕਰਦੇ ਹੋ ਫਾਰਮ ਵਗੈਰਾ ਭਰਦੇ ਹੋ ਤਾਂ ਉੱਥੇ ਤੁਸੀਂ ਕੀ ਕਰਦੇ ਹੁੰਦੇ ਹੋ ਆਪਣੇ ਡਾਕੂਮੈਂਟ ਵਗੈਰਾ ਦਿੰਦੇ ਹੁੰਦੇ ਹੋ ਨਾ ਸਬਮਿਟ ਕਰਵਾਉਣੇ ਹੁੰਦੇ ਆ ਤਾਂ ਤੁਸੀਂ ਕੀ ਹੁੰਦੇ ਹੋ ਉਸ ਟਾਈਮ ਦੇ ਉੱਤੇ ਐਪਲੀਕੈਂਟ ਹੁੰਦੇ ਹੋ ਐਪਲੀਕੈਂਟ ਮਤਲਬ ਜਿਹੜਾ ਕਿ ਅਰਜ਼ੀ ਕਰਦਾ ਕਿਸੇ ਚੀਜ਼ ਵਾਸਤੇ ਅਰਜ਼ੀ ਕੀਤੀ ਜਾ ਰਹੀ ਹੈ ਤਾਂ ਉਹਨੂੰ ਕੀ ਕਿਹਾ ਜਾਂਦਾ ਜੀ ਐਪਲੀਕੈਂਟ ਕਿਹਾ ਜਾਂਦਾ ਪ੍ਰਾਰਥੀ ਤੁਸੀਂ ਕਹਿ ਸਕਦੇ ਹੋ ਸੋ ਅ ਪਰਸਨ who formally requests a job is called applicant next word ਹੈ ਜੀ ਆਪਣੇ ਕੋਲੇ suitable for growing crops ਹੁਣ ਇਹੋ ਜਿਹੀ ਥਾਂ ਜਿਹੜੀ ਕਿ ਕ੍ਰੌਪਸ ਵਾਸਤੇ ਕਹਿ ਲਓ ਜਾਂ ਫਿਰ ਫਸਲਾਂ ਵਗੈਰਾ ਉਗਾਉਣ ਵਾਸਤੇ suitable ਹੋਵੇ ਸਹੀ ਹੋਵੇ ਤਾਂ ਉਹਨੂੰ ਕੀ ਕਿਹਾ ਜਾਂਦਾ ਅਰੇਬਲ ਕਿਹਾ ਜਾਂਦਾ ਉਪਜਾਊ ਕਹਿ ਸਕਦੇ ਹੋ ਤੁਸੀਂ ਦਾ ਅਰੇਬਲ ਵਰਡ ਹੈ ਜਿਹੜਾ ਯੂਜ਼ ਕੀਤਾ ਜਾਂਦਾ ਵਰਡ ਕਿਹਦੇ ਵਾਸਤੇ suitable for growing crops ਇਹੋ ਜਿਹੀ ਥਾਂ ਵਾਸਤੇ ਜਿਹੜੀ ਕਿ ਕ੍ਰੌਪਸ ਨੂੰ ਉਗਾਉਣ ਵਾਸਤੇ ਸਹੀ ਹੋਵੇ suitable ਹੋਵੇ ਅੱਗੇ ਜੀ ਤੁਹਾਡੇ ਕੋਲੇ phrase that is a large body of water with many islands ਤਾਂ ਹੁਣ ਇਹੋ ਜਿਹੀ ਥਾਂ ਜਿੱਥੇ ਬਹੁਤ ਸਾਰੇ ਆਈਲੈਂਡ ਹੋਣ ਫॉर ਐਗਜ਼ਾਮਪਲ ਆਪਣੇ ਕੋਲੇ ਕਹਿ ਲਓ ਇਹ ਛੋਟਾ ਜਿਹਾ ਮੇਰੇ ਕੋਲੇ ਏਰੀਆ ਹੁਣ ਇਹਦੇ ਚ ਬਹੁਤ ਸਾਰੇ ਆਈਲੈਂਡ ਹੈ ਛੋਟੇ ਛੋਟੇ ਆਈਲੈਂਡ ਵੀ ਹੁੰਦੇ ਜਿਹੜਾ ਪਾਣੀ ਦੇ ਨਾਲ ਘਿਰਿਆ ਹੋਇਆ ਏਰੀਆ ਜਿਹਾ ਹੁੰਦਾ ਨਾ ਤੇ ਇੱਥੇ ਆਸੇ ਪਾਸੇ ਨਾ ਦੇਖੋ ਇਹ ਛੋਟੇ ਛੋਟੇ ਆਈਲੈਂਡ ਨੇ ਤੇ ਜਿੰਨਾ ਕਹਾ ਜਿਹੜਾ ਸਾਰਾ ਵਿਚਾਲੇ ਵਿਚਾਲੇ ਮੈਂ ਥਾਂ ਛੱਡਿਆ ਗੋਲ ਗੋਲ ਆਪਣੇ ਆਈਲੈਂਡ ਹੋ ਗਏ ਬਾਕੀ ਜਿਹੜਾ ਵਿਚਾਲੇ ਵਿਚਾਲੇ ਵਾਲਾ ਏਰੀਆ ਕੀ ਹੈਗਾ ਪਾਣੀ ਹੈਗਾ ਹੁਣ ਇਹ ਕੀ ਹੋਗਾ ਸਾਡਾ ਆਰਕੀਪੈਲਾਗੋ ਜਿਹੜਾ ਵਰਡ ਯੂਜ਼ ਕੀਤਾ ਜਾਂਦਾ ਇਹਦੇ ਵਾਸਤੇ ਆਰਕੀਪੈਲਾਗੋ ਮਤਲਬ ਇੱਥੋਂ ਹੀ ਤੁਸੀਂ ਕਹਿ ਲਓ ਹੁਣ ਪਾਣੀ ਕੀ ਕੀਤਾ ਜਾਂਦਾ ਪੀਤਾ ਜਾਂਦਾ ਤਾਂ ਪੀਲਾ ਕਹਿ ਲਓ ਪੀਣ ਵਾਸਤੇ ਯੂਜ਼ ਕੀਤਾ ਜਾਣ ਵਾਲਾ ਪੀਲਾ ਪੀਲੋ ਮਤਲਬ ਕਿ ਪੀਣ ਵਾਲੀ ਚੀਜ਼ ਹੈ ਨਾ ਤਾਂ ਪੀਲੈਗੋ ਤੋਂ ਤੁਸੀਂ ਬਣਾ ਸਕਦੇ ਹੋ ਪੀਣ ਵਾਲੀ ਚੀਜ਼ ਹੈ ਸੋ ਲਾਰਜ ਬੋਡੀ ਆਫ ਵਾਟਰ with many islands is called archipelago ਇੱਥੇ ਤੁਸੀਂ ਇਹ ਜਿਹੜਾ ਵਰਡ ਯਾਦ ਕਰ ਸਕਦੇ ਹੋ ਅੱਗੇ ਤੁਹਾਡੇ ਕੋਲ ਫਰੇਜ਼ ਹੈ ਜੀ a place where fights take place a place or scene of activity debate or conflict ਹੁਣ ਦੋਨੋਂ ਫਰੇਜ਼ਸ ਦਾ ਸੇਮ ਹੀ ਵਰਡ ਜਿਹੜਾ ਤੁਸੀਂ ਇੱਕੋ ਵਰਡ ਸਬਸਟੀਟਿਊਟ ਕਰੋਗੇ ਮੀਨਿੰਗ ਹੁੰਦਾ ਤੁਹਾਡੇ ਕੋਲ ਅਰੇਨਾ ਵਰਡ ਹੈ ਜਿਹੜਾ ਯੂਜ਼ ਕੀਤਾ ਜਾਂਦਾ ਹੁਣ ਇਹ ਫਰੇਜ਼ ਦਾ ਮੀਨਿੰਗ ਕੀ ਹੈ a place where fights take place ਹੁਣ ਜਿੱਥੇ ਕਿ ਲੜਾਈਆਂ ਹੁੰਦੀਆਂ ਉਹ ਥਾਂ ਜਿੱਥੇ ਲੜਾਈਆਂ ਹੁੰਦੀਆਂ ਤੁਹਾਨੂੰ ਕੀ ਕਹਿੰਦੇ ਅਖਾੜਾ ਨਹੀਂ ਕਹਿੰਦੇ ਹੁੰਦੇ ਆਪਾਂ ਜਿੱਥੇ ਕਹਿ ਲਓ ਕੁਸ਼ਤੀ ਵਗੈਰਾ ਹੁੰਦੀ ਹੈ ਤੁਹਾਨੂੰ ਕੀ ਕਿਹਾ ਜਾਂਦਾ ਅਖਾੜਾ ਕਿਹਾ ਜਾਂਦਾ
प्लेस वेयर फाइट्स टेक प्लेस। सेकंड चीज़ ਜਿਹੜਾ ਮਤਲਬ युद्ध ਦੇ ਮੈਦਾਨ ਵਾਸਤੇ ਵੀ ਤੁਸੀਂ ਸੇਮ ਹੀ ਚੀਜ਼ ਹੈ ਜਿਹੜੀ ਯੂਜ਼ ਕਰੋਗੇ। ਨੈਕਸਟ ਤੁਹਾਡੇ ਕੋਲ ਫਰੇਜ਼ ਕੀ ਹੈ, ਅ ਪਲੇਸ ਔਰ ਸੀਨ ਆਫ ਐਕਟੀਵਿਟੀ ਡਿਬੇਟ ਔਰ ਕਨਫਲਿਕਟ। ਤਾਂ ਇਹੋ ਜਿਹਾ ਸੀਨ ਕ੍ਰੀਏਟ ਕੀਤਾ ਜਾ ਰਿਹਾ ਜਾਂ ਫਿਰ ਇਹੋ ਜਿਹੀ ਥਾਂ ਜਿੱਥੇ ਕਿ ਤੁਹਾਡੇ ਕੋਲ ਡਿਬੇਟ ਹੁੰਦੀ ਹੈ, ਕਨਫਲਿਕਟ ਹੁੰਦੀ ਹੈ ਜਾਂ ਕੋਈ ਨਾ ਕੋਈ ਐਕਟੀਵਿਟੀ ਹੁੰਦੀ ਹੈ ਇਸ ਟਾਈਪ ਦੀ, ਤਾਂ ਉਹਨੂੰ ਵੀ ਕੀ ਕਿਹਾ ਜਾਂਦਾ ਤੁਹਾਡੇ ਕੋਲ ਅਰੇਨਾ ਵਰਡ ਯੂਜ਼ ਕੀਤਾ ਜਾਂਦਾ, ਅਖਾੜਾ ਇਹਨੂੰ ਆਪਾਂ ਕਹਿ ਦਿੰਦੇ ਹਾਂ। ਅੱਗੇ ਜੇ ਤੁਹਾਡੇ ਕੋਲ 5 ਨੰਬਰ ਫਰੇਜ਼ ਦੈਟ ਇਜ਼ ਫੀਅਰ ਆਫ ਫਾਇਰ, ਤਾਂ ਹੁਣ ਡਰ ਲੱਗਦਾ ਕਿਸੇ ਨਾ ਕਿਸੇ ਪਰਸਨ ਨੂੰ, ਤਾਂ ਉੱਥੇ ਤੁਹਾਡੇ ਕੋਲ ਮੈਂ ਤੁਹਾਨੂੰ ਵਰਡ ਕਰਾਇਆ ਕਿਸੇ ਵੀ ਚੀਜ਼ ਦਾ ਡਰ, ਤਾਂ ਉਹਦੇ ਪਿੱਛੇ ਤੁਹਾਡੇ ਕੋਲ ਰੂਟ ਵਰਡ ਹੋਏਗਾ ਫੋਬੀਆ। ਫੋਬੀਆ ਦਾ ਮਤਲਬ ਡਰ। ਤਾਂ ਹੁਣ ਅੱਗੇ ਤੁਹਾਡੇ ਕੋਲ ਵਰਡ ਹੈ ਜਿਹੜਾ ਤੁਸੀਂ ਸਬਸਟੀਟਿਊਟ ਕਰਨਾ ਹੁੰਦਾ ਹੈ। ਹੁਣ ਫਾਇਰ ਦੇ ਡਰ ਨੂੰ ਕੀ ਕਿਹਾ ਜਾਂਦਾ ਹੈ? ਹੁਣ ਜਿੱਥੇ ਵੀ ਫਾਇਰ ਵਰਡ ਆ ਗਿਆ ਤਾਂ ਤੁਸੀਂ ਗੌਰ ਯਾਦ ਰੱਖਿਓ ਅਰਸਨ। ਅਰਸਨ ਦਾ ਮੀਨਿੰਗ ਹੁੰਦਾ ਤੁਹਾਡੇ ਕੋਲੇ ਅੱਗ ਦੇ ਨਾਲ ਰਿਲੇਟਡ ਹੀ ਹੁੰਦਾ, ਫਾਇਰ ਦੇ ਨਾਲ ਰਿਲੇਟਡ ਵਰਡ ਹੈ ਅਰਸਨ। ਸੋ ਅਰਸਨ ਫੋਬੀਆ ਮੀਨਿੰਗ ਹੋ ਗਿਆ ਤੁਹਾਡੇ ਕੋਲੇ ਡਰ ਦਾ, ਕਾਹਦਾ? ਫਾਇਰ ਦਾ। ਨੈਕਸਟ ਹੈ ਤੁਹਾਡੇ ਕੋਲੇ ਫਰੇਜ਼ ਦੈਟ ਇਜ਼ ਅ ਪਰਸਨ ਹੂ ਫਿਜ਼ੀਕਲੀ ਅਟੈਕਸ ਅਨਦਰ। ਇਹੋ ਜਿਹਾ ਪਰਸਨ ਜਿਹੜਾ ਕਿ ਫਿਜ਼ੀਕਲੀ ਦੂਸਰੇ ਦੇ ਉੱਤੇ ਅਟੈਕ ਕਰ ਰਿਹਾ ਹੈ, ਤਾਂ ਹੁਣ ਉਹ ਕੀ ਹੁੰਦਾ? ਉਹ ਇਹੋ ਜਿਹਾ ਪਰਸਨ ਜਿਹੜਾ ਦੂਸਰੇ ਦੇ ਉੱਤੇ ਅਟੈਕ ਕਰਦਾ, ਤਾਂ ਆਪਾਂ ਕਹਿੰਦੇ ਅਟੈਕਰ ਕੋਈ ਪਰਸਨ ਵਰਡ ਯੂਜ਼ ਕਰ ਸਕਦੇ ਹਾਂ। ਸੈਕਿੰਡ ਚੀਜ਼ ਆਪਾਂ ਕਹਿੰਦੇ ਹਾਂ ਜਿਹੜਾ ਹਮਲਾਵਰ ਆਪਾਂ ਕਹਿ ਦਿੰਦੇ ਹਾਂ ਪੰਜਾਬੀ ਦੇ ਵਿੱਚ। ਸੋ ਐਸੈਲੈਂਟ ਵਰਡ ਹੈ ਜਿਹੜਾ ਯੂਜ਼ ਕੀਤਾ ਜਾਂਦਾ ਐਸ ਐਰੈਂਟ। ਤਾਂ ਹੁਣ ਐਸ ਤੋਂ ਤੁਸੀਂ ਬਣਾ ਲੈਣਾ, ਐਸ ਆਪਾਂ ਕਾਹਦੇ ਵਾਸਤੇ ਯੂਜ਼ ਕਰ ਲੈਂਦੇ ਹਾਂ? ਐਸ ਦਾ ਮਤਲਬ ਹੁੰਦਾ ਗਧਾ ਜਾਂ ਮੂਰਖ ਵਾਸਤੇ ਆਪਾਂ ਯੂਜ਼ ਕਰ ਲੈਂਦੇ ਹਾਂ, ਮੂਰਖ ਹੁੰਦਾ ਆਪਣਾ ਗਧਾ ਵਰਡ ਜੋ ਆਪਾਂ ਯੂਜ਼ ਕਰ ਲੈਂਦੇ ਹਾਂ। ਸੋ ਇਹੋ ਜਿਹਾ ਪਰਸਨ ਤਾਂ ਹੁਣ ਮੂਰਖ ਹੀ ਹੋਊਗਾ ਜਿਹੜਾ ਦੂਸਰੇ ਤੇ ਹਮਲਾ ਕਰੂਗਾ, ਸੋ ਹਮਲਾਵਰ ਹੋਊਗਾ ਪਰਸਨ ਹੂ ਫਿਜ਼ੀਕਲੀ ਅਟੈਕਸ ਅਨਦਰ ਇਜ਼ ਕਾਲਡ assailant। ਸੋ ਦੋ ਜਿਹੜੇ ਆਪਣੇ 6 ਫਰੇਜ਼ਸ ਆਪਾਂ ਡਿਸਕਸ ਕੀਤੇ ਵਨ ਵਰਡ ਸਬਸਟੀਟਿਊਸ਼ਨ ਦੇ ਵਿੱਚ ਬਾਹਰ ਲੈਣੇ ਇਹਨਾਂ ਦੀ ਡਿਵੀਜ਼ਨ ਲੈਣਾ ਆਪਾਂ ਜਿਹੜਾ ਨੈਕਸਟ ਕੁਐਸਚਨ ਕਰਾਂਗੇ। ਹਾਂਜੀ, ਫਰਸਟ ਫਰੇਜ਼ ਸੀ ਅ ਪਰਸਨ ਹੂ ਫਾਰਮਲੀ ਰਿਕਵਾਇਰਡ ਦਿਸ ਜੌਬ ਇਜ਼ ਕਾਲਡ ਐਪਲੀਕੈਂਟ। ਨੈਕਸਟ ਫਰੇਜ਼ ਇਜ਼ suitable for growing crops and the bird is a river, and the third number phrase is a large body of water with many islands is called archipelago, and the four number phrase is a place where fights take place, a scene of activity debate or conflict is called arena। ਅਰੇਨਾ ਐਂਡ ਅਰਸਨ ਦੋਨਾਂ ਦੇ ਵਿੱਚ ਕਨਫਿਊਜ਼ ਨਹੀਂ ਹੋਣਾ। ਅਰਸਨ ਯੂਜ਼ ਕੀਤਾ ਜਾਂਦਾ ਹੈ ਫਾਇਰ ਦੇ ਲਈ, ਅਰੇਨਾ ਯੂਜ਼ ਕੀਤਾ ਜਾਂਦਾ ਹੈ ਜੀ ਅਖਾੜੇ ਵਾਸਤੇ, ਲੜਾਈ ਵਾਲੀ ਥਾਂ ਵਾਸਤੇ। ਅਗਰ ਫਾਇਰ ਨੂੰ ਕਹੋਗੇ ਦੈਟ ਇਜ਼ ਫੀਅਰ ਆਫ ਫਾਇਰ, ਤਾਂ ਤੁਹਾਨੂੰ ਫਾਇਰ ਦੇ ਡਰ ਦੇ ਲਈ ਤੁਹਾਨੂੰ ਦੱਸਿਆ ਹੋਇਆ ਕਿ ਰੂਟ ਵਰਡ ਤੁਹਾਡਾ ਫੋਬੀਆ ਹੋਏਗਾ। ਅਗੇਨ ਤੁਹਾਡਾ ਜੇ ਕਿਸੇ ਨਾਲ ਅਟਰੈਕਸ਼ਨ ਦੀ ਗੱਲ ਕੀਤੀ ਜਾ ਰਹੀ ਹੈ, ਲਵ ਦੀ ਗੱਲ ਕੀਤੀ ਜਾ ਰਹੀ ਹੈ, ਤਾਂ ਤੁਸੀਂ ਵਰਡ ਫਾਈਲ ਹੈ ਜਿਹੜਾ ਰੂਟ ਵਰਡ ਯੂਜ਼ ਕਰ ਲੈਂਦੇ ਹੋ। ਸੋ ਆਪਣੀ ਫਾਇਰ ਦੇ ਡਰ ਦੀ ਗੱਲ ਕੀਤੀ ਜਾ ਰਹੀ ਹੈ, ਤਾਂ ਫਾਇਰ ਵਾਸਤੇ ਤੁਹਾਡਾ ਵਰਡ ਹੁੰਦਾ ਜੀ ਅਰਸਨ। ਅਰਸਨ ਜਿੱਥੇ ਵੀ ਦੇਖਿਆ ਇਹਦਾ ਮਤਲਬ ਕਿ ਤੁਹਾਡੇ ਕੋਲੇ ਫਾਇਰ ਦੀ ਗੱਲ ਕੀਤੀ ਜਾ ਰਹੀ ਹੈ। ਸੋ ਅਰਸਨ ਫੋਬੀਆ ਤੁਹਾਡਾ ਜਿਹੜਾ ਇਹਦਾ ਵਰਡ ਹੋਏਗਾ ਵਨ ਵਰਡ ਜੋ ਤੁਸੀਂ ਸਬਸਟੀਟਿਊਟ ਕਰਨਾ ਸੀ। ਅੱਗੇ ਤੁਹਾਡੇ ਕੋਲ ਫਰੇਜ਼ ਹੋਏਗੀ ਜੀ ਅ ਪਰਸਨ ਹੂ ਫਿਜ਼ੀਕਲੀ ਅਟੈਕਸ ਅਨਦਰ, ਮਤਲਬ ਹਮਲਾਵਰ ਤੁਸੀਂ ਕਹਿ ਸਕਦੇ ਹੋ। ਸੋ ਅਸੈਲੈਂਟ ਵਰਡ ਹੈ ਤੁਹਾਡੇ ਕੋਲੇ ਜਿਹੜਾ ਕਿ ਯੂਜ਼ ਕੀਤਾ ਜਾਂਦਾ ਹੈ ਕਿਸੇ ਪਰਸਨ ਦੇ ਵਾਸਤੇ ਜੋ ਦੂਸਰੇ ਦੇ ਉੱਤੇ ਅਟੈਕ ਕਰਦਾ ਹੈ। ਐਸ ਤਾਂ ਤੁਸੀਂ ਯਾਦ ਕਰਕੇ ਨਾ ਮੂਰਖ ਹੁੰਦਾ, ਗਧਾ ਹੁੰਦਾ। ਸੋ ਤੁਹਾਡੇ ਕੋਲ ਇਹੋ ਜਿਹਾ ਪਰਸਨ ਤਾਂ ਗਧਾ ਹੀ ਹੋਊਗਾ, ਮੂਰਖ ਹੀ ਹੋਊਗਾ ਜਿਹੜਾ ਦੂਸਰੇ ਦੇ ਉੱਤੇ ਹਮਲਾ ਕਰੂਗਾ। ਅੱਗੇ ਜੀ ਤੁਹਾਡੇ ਕੋਲ ਕੀ ਫਰੇਜ਼ ਦਾ ਕੁਐਸਚਨ ਸੀਗਾ ਉਹ ਮੁਹਾਵਰੇ ਜਾਂ ਪ੍ਰੋਵਰਬਸ ਆਪਾਂ ਕਹਿ ਸਕਦੇ ਹਾਂ, ਖੌਤਾਂ ਅਖਾਣ। ਹਾਂਜੀ, ਤਾਂ ਫਰਸਟ ਫਰੇਜ਼ ਜੋ ਤੁਹਾਨੂੰ ਸਕਰੀਨ ਦੇ ਉੱਤੇ ਸ਼ੋ ਹੋ ਰਹੀ ਹੈ ਐਟਲੀ ਕਲਾਸ ਦੀ ਦੈਟ ਇਜ਼ ਟੂ ਟਰਨ ਓਵਰ ਅ ਨਿਊ ਲੀਫ। ਟਰਨ ਦਾ ਮਤਲਬ ਹੁੰਦਾ ਮੁੜਨਾ, ਓਵਰ ਅ ਨਿਊ ਲੀਫ ਮਤਲਬ ਨਵੀਂ ਕਿਸੇ ਨਵੇਂ ਪੱਤੇ ਦੇ ਉੱਤੇ ਤੁਸੀਂ ਜਾ ਰਹੇ ਹੋ, ਕਿ ਤੁਹਾਡੇ ਬਿਹੇਵੀਅਰ ਦੇ ਵਿੱਚ ਕੋਈ ਚੇਂਜ ਹੋਗਾ ਜਾਂ ਨਵੀਂ ਚੀਜ਼ ਹੈ ਜਿਹੜੀ ਤੁਸੀਂ ਸਟਾਰਟ ਕਰ ਰਹੇ ਹੋ। ਸੋ ਟੂ ਚੇਂਜ ਵਨਸ ਬਿਹੇਵੀਅਰ ਫॉर ਬੈਟਰ, ਤਾਂ ਆਪਣੇ ਜਿਹੜੇ ਬਿਹੇਵੀਅਰ ਦੇ ਵਿੱਚ ਤੁਸੀਂ ਚੇਂਜ ਕੀਤਾ, ਕਾਹਦੇ ਵਾਸਤੇ ਚੇਂਜ ਕੀਤਾ? ਕੁਛ ਨਵਾਂ ਕਰਨ ਦੇ ਵਾਸਤੇ, ਕੁਛ ਵਧੀਆ ਕਰਨ ਦੇ ਵਾਸਤੇ। ਸੋ ਟਰਨ ਓਵਰ ਅ ਨਿਊ ਲੀਫ ਤੁਹਾਡੇ ਕੋਲ ਮੀਨਿੰਗ ਹੋਏਗਾ ਨਾ ਟੂ ਚੇਂਜ ਵਨਸ ਬਿਹੇਵੀਅਰ ਫॉर ਬੈਟਰ। ਨੈਕਸਟ ਜਿਹੜੀ ਸੈਕੰਡ ਨੰਬਰ ਫਰੇਜ਼ ਹੈ ਜੀ ਆਪਣੇ ਕੋਲ ਟੂ ਵਿਨ ਲਾਰਿਅਲਸ। ਤਾਂ ਲਾਰਿਅਲਸ ਦਾ ਮਤਲਬ ਤੁਹਾਡੇ ਕੋਲ ਕੀ ਹੁੰਦਾ ਹੈ? ਲਾਰਿਅਲਸ ਦਾ ਵਰਡ ਤੁਸੀਂ ਯਾਦ ਰੱਖਣਾ ਹੈ। ਲਾਰਿਅਲਸ ਦਾ ਮੀਨਿੰਗ ਹੁੰਦਾ ਤੁਹਾਡੇ ਕੋਲੇ ਅਵਾਰਡ, ਇਨਾਮ ਵਾਸਤੇ ਯੂਜ਼ ਕੀਤਾ ਜਾਂਦਾ ਹੈ। ਸੋ ਟੂ ਵਿਨ ਲਾਰਿਅਲਸ ਮਤਲਬ ਤੁਸੀਂ ਅਵਾਰਡ ਜਿੱਤ ਰਹੇ ਹੋ, ਇਟ ਮੀਨਸ ਤੁਹਾਡੇ ਕੋਲ ਕੋਈ ਚੀਜ਼ ਆਨਰੇਰੀ ਅਚੀਵਮੈਂਟ ਜਿੱਤ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ। ਸੋ ਟੂ ਅਚੀਵ ਆਨਰਸ ਐਂਡ ਗਲੋਰੀ, ਤਾਂ ਸ਼ਾਨ ਵਾਸਤੇ ਤੁਸੀਂ ਯੂਜ਼ ਕਰ ਸਕਦੇ ਹੋ, ਜਾਂ ਫਿਰ ਇਨਾਮ ਵਗੈਰਾ ਤੁਹਾਨੂੰ ਮਿਲ ਰਿਹਾ, ਤਾਂ ਉੱਥੇ ਤੁਸੀਂ ਇਹ ਜਿਹੜਾ ਆਪਣਾ ਇਹ ਫਰੇਜ਼ ਯੂਜ਼ ਕਰੋਗੇ। ਅੱਗੇ ਜੀ ਤੁਹਾਡੇ ਕੋਲ ਫਰੇਜ਼ ਦੈਟ ਇਜ਼ ਟੂ ਰੈਂਗਲ ਓਵਰ ਐਨ ਐਸ ਸ਼ੈਡੋ। ਤਾਂ ਰੈਂਗਲ ਦਾ ਮਤਲਬ ਹੁੰਦਾ ਲੜਾਈ ਝਗੜਾ, ਰੈਂਗਲ ਦਾ ਮਤਲਬ ਹੁੰਦਾ ਲੜਨਾ, ਲੜਨਾ। ਅੱਗੇ ਤੁਹਾਡੇ ਕੋਲੇ ਵਰਡ ਹੈਗਾ ਓਵਰ ਐਨ ਐਸ ਸ਼ੈਡੋ। ਹੁਣ ਐਸ ਵਰਡ ਤੁਹਾਨੂੰ ਪਹਿਲਾਂ ਹੀ ਕਰਵਾ ਕੇ ਆਇਆ, ਸਾਇਲੈਂਟ ਦੇ ਵਿੱਚ ਇਹਦਾ ਮਤਲਬ ਹੁੰਦਾ ਗਧਾ ਜਾਂ ਮੂਰਖ ਵਾਸਤੇ ਯੂਜ਼ ਕੀਤਾ ਜਾਂਦਾ। ਹੁਣ ਐਸ ਦੀ ਸ਼ੈਡੋ, ਸ਼ੈਡੋ ਹੋ ਗਿਆ ਤੁਹਾਡੇ ਕੋਲੇ ਪਰਛਾਵਾਂ। ਹੁਣ ਕੋਈ ਗਧੇ ਦੀ ਪਰਛਾਵਾਂ ਵਾਸਤੇ ਲੜ ਰਿਹਾ, ਕੋਈ ਇਹੋ ਜਿਹੀ ਚੀਜ਼ ਜਿਹੜੀ ਕਿ ਬਹੁਤ ਜ਼ਿਆਦਾ ਕਹਿ ਲਓ ਫਾਲਤੂ ਚੀਜ਼ ਵਾਸਤੇ ਲੜ ਸਕਦੀ। ਸੋ ਆਪਣੇ ਕੋਲੇ ਮੀਨਿੰਗ ਕੀ ਲਿਖਿਆ ਹੈ ਟੂ ਕੁਆਰਲ ਓਵਰ ਟ੍ਰਿਕਸ, ਮਤਲਬ ਫਾਲਤੂ ਦੀਆਂ ਚੀਜ਼ਾਂ ਦੇ ਲਈ ਲੜਨਾ, ਤਾਂ ਤੁਸੀਂ ਯੂਜ਼ ਕਰੋਗੇ ਆਪਣੀ ਫਰੇਜ਼ ਟੂ ਰੈਂਗਲ ਓਵਰ ਐਨ ਐਸ ਸ਼ੈਡੋ। ਸੈਕੰਡ ਜੀ ਤੁਸੀਂ ਇਹ ਜਿਹੜਾ ਇਹ ਸੁਣਿਆ ਹੀ ਹੋਣਾ ਦੋ ਅਮਲੀ ਜਿਹੇ ਹੁੰਦੇ ਨੇ, ਜਾਂ ਆਪਾਂ ਕਹਿ ਲਓ ਬੱਚਾ ਦੇ ਉਹਦਾ ਫਾਦਰ ਹੁੰਦੇ ਆ, ਉਹ ਕਰ ਦਿੰਦੇ ਆ ਗਧੇ ਨੂੰ ਲੈ ਕੇ ਜਾ ਰਹੇ ਹੁੰਦੇ ਆ, ਲੋਕ ਕਹਿ ਦਿੰਦੇ ਆ ਤਾਂ ਤੁਸੀਂ ਗਧੇ ਨੂੰ ਨਾਲ ਚਲਾ ਕੇ ਜਾ ਰਹੇ ਹੋ, ਉਹਦੇ ਉੱਤੇ ਚੜ ਕੇ ਜਾਓ, ਤਾਂ ਉਹ ਜਵਾਕ ਨੂੰ ਚੜਾ ਦਿੰਦਾ ਨਾ, ਫਿਰ ਬੰਦਾ ਚੜ ਜਾਂਦਾ। ਇਸ ਤਰੀਕੇ ਨਾਲ ਇੱਕ ਕਾਫੀ ਲੰਬੀ ਸਟੋਰੀ ਹੈ, ਉੱਥੋਂ ਵੀ ਤੁਸੀਂ ਇਹ ਜਿਹੜਾ ਇਹ ਰਿਲੇਟ ਕਰ ਸਕਦੇ ਹੋ। ਮਤਲਬ ਤੁਸੀਂ ਕਰ ਰਹੇ ਹੋ ਕੋਈ ਫਾਲਤੂ ਜੀ ਚੀਜ਼ ਵਾਸਤੇ ਲੋਕਾਂ ਨਾਲ ਲੜ ਰਹੇ ਹੋ, ਟੂ ਰੈਂਗਲ ਓਵਰ ਐਨ ਐਸ ਸ਼ੈਡੋ। ਹਾਂ, ਉਹ ਵਾਲੀ ਜਿਹੜੀ ਆਪਣੇ ਕੋਲ ਸਟੋਰੀ ਉਹਦਾ ਮੀਨਿੰਗ ਸ਼ੋਰ ਨਿਕਲਦਾ ਕਿ ਲੋਕਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ, ਲੋਕ ਸ਼ੁਰੂ ਬੋਲਦੇ ਰਹਿੰਦੇ ਆ। ਫਰੇਜ਼ ਦਾ ਮੀਨਿੰਗ ਸਮਝਣ ਦੇ ਲਈ ਆਪਾਂ ਥੋੜਾ ਜਿਹਾ ਹੈਗਾ ਉਹਦਾ ਮੀਨਿੰਗ ਮੋਲਡ ਕਰ ਲੈਂਦੇ, ਤਾਂ ਉਹਦਾ ਮਤਲਬ ਤੁਹਾਡੇ ਕੋਲ ਤੁਸੀਂ ਕੱਢ ਲਓ ਵੀ ਇਹ ਕੋਈ ਫਾਲਤੂ ਦੀ ਚੀਜ਼ ਵਾਸਤੇ ਤੁਸੀਂ ਕੀ ਕਰ ਰਹੇ ਹੋ, ਲੜ ਰਹੇ ਹੋ, ਕੁਆਰਲ ਕਰ ਰਹੇ ਹੋ, ਤਾਂ ਤੁਸੀਂ ਕੀ ਕਰੋਗੇ? ਫਰੇਜ਼ ਦਾ ਯੂਜ਼ ਕਰੋਗੇ ਟੂ ਰੈਂਗਲ ਓਵਰ ਐਨ ਐਸ ਸ਼ੈਡੋ। ਨੈਕਸਟ ਹੈ ਜੀ ਆਪਣੇ ਕੋਲ ਫਰੇਜ਼ ਦੈਟ ਇਜ਼ ਟੂ ਵਰਕ ਲਾਈਕ ਅ ਡੌਗ। ਆਪਾਂ ਕਹਿ ਲਓ ਡੌਗ ਦੀ ਤਰ੍ਹਾਂ ਕੰਮ ਕਰਨਾ, ਮਤਲਬ ਬਹੁਤ ਜ਼ਿਆਦਾ ਮਿਹਨਤ ਕਰਨੀ, ਟੂ ਵਰਕ ਲਾਈਕ ਅ ਡੌਗ।
वर्क लाइफ डॉग का मतलब है वर्क लाइफ। हाँ, बेसिकली देखा जाए तो डॉग की तरह नहीं, आप कहते ना गधे की तरह काम करना, मतलब बहुत ज्यादा हार्ड वर्क करना। सो टू वर्क लाइक एंड एज ਤੁਸੀਂ यूज कर सकते बट ਇੱਥੇ ਤੁਹਾਡੇ ਕੋਲ ਫਰੇਜ਼ ਜਿਹੜੀ ਹੋਏਗੀ ਤਾਂ ਤੁਸੀਂ ਉਸੇ ਦੇ ਮੀਨਿੰਗ ਦੇਖੋਗੇ। ਤਾਂ वर्क लाइक डॉग ਦਾ ਮੀਨਿੰਗ ਵੀ ਤੁਹਾਡੇ ਕੋਲ ਕੀ ਹੁੰਦਾ ਹੈ, ਬਹੁਤ ਜ਼ਿਆਦਾ ਸਖਤ ਮਿਹਨਤ ਕਰਨੀ, ਟੂ वर्क वेरी ਹਾਰਡ। ਅੱਗੇ ਤੁਹਾਡੇ ਕੋਲੇ 5 ਨੰਬਰ ਫਰੇਜ਼ ਹੈ, ਦੈਟ ਇਜ਼ ਟੂ ਸਪੀਕ ਵਨਸ ਮਾਈਂਡ। ਤਾਂ ਟੂ ਸਪੀਕ ਵਨਸ ਮਾਈਂਡ ਦਾ ਮਤਲਬ ਹੁੰਦਾ ਤੁਹਾਡੇ ਕੋਲੇ ਜਿਹੋ ਜਿਹਾ ਤੁਹਾਡੇ ਦਿਮਾਗ ਦੇ ਵਿੱਚ ਚੱਲ ਰਿਹਾ ਤੁਸੀਂ ਉਹੀ ਚੀਜ਼ ਨੂੰ ਹੈ ਜਿਹੜਾ ਅੱਗੇ ਐਕਸਪ੍ਰੈਸ ਕਰ ਰਹੇ ਕਿਸੇ ਦੇ। ਸੋ ਟੂ ਸਪੀਕ ਵਨਸ ਮਾਈਂਡ मतलब ਜਿਵੇਂ ਤੁਹਾਡੇ ਮਨ ਦੇ ਵਿੱਚ ਆਇਆ ਤਾਂ ਤੁਸੀਂ ਕੀ ਕਰਤਾ ਬੋਲਤਾ। ਟੂ ਐਕਸਪ੍ਰੈਸ ਵਨਸ ਥॉट्स ਆਪਣੇ ਵਿਚਾਰ ਸ਼ੇਅਰ ਕਰਨਾ, ਐਕਸਪ੍ਰੈਸ ਕਰਨਾ, ਤੁਹਾਡੇ ਕੋਲ ਮੀਨਿੰਗ ਹੋ ਜਾਏਗੀ। ਅੱਗੇ ਜੇ ਤੁਹਾਡੇ ਕੋਲ ਫਿਰ ਦੈਟ ਇਜ਼ ਟੂ ਟੇਕ ਅ ਬੈਕ ਸੀਟ। ਹੁਣ ਬੈਕ ਸੀਟ ਤੇ ਬੈਠਣਾ ਮਤਲਬ ਕਿ ਅਗਰ ਤੁਹਾਡੇ ਕੋਲ ਕਿਸੇ ਚੀਜ਼ ਦਾ ਲੈਸ ਇੰਪੋਰਟੈਂਟ ਹੋਣਾ, ਮਤਲਬ ਉਹ ਵੀ ਸੇਮ ਚੀਜ਼, ਕੋਈ ਚੀਜ਼ ਬਹੁਤ ਘੱਟ ਇੰਪੋਰਟੈਂਟ ਹੈ, ਇੰਨੀ ਜ਼ਿਆਦਾ ਮਹੱਤਵਪੂਰਨ ਨਹੀਂ ਹੈ, ਤਾਂ ਤੁਸੀਂ ਉੱਥੇ ਫਰੇਜ਼ ਯੂਜ਼ ਕਰ ਸਕਦੇ ਹੋ। ਸੈਕਿੰਡ 'ਚ ਤੁਸੀਂ ਜਦੋਂ ਕਿਸੇ ਚੀਜ਼ ਦੇ ਲਈ ਗਿਵ ਅਪ ਕਰ ਰਹੇ ਹੋ ਵੀ ਮੈਂ ਨਹੀਂ ਅੱਗੇ ਕਰ ਸਕਦਾ, ਤਾਂ ਤੁਸੀਂ ਗਿਵ ਅਪ ਕਰ ਰਹੇ ਹੋ, ਤਾਂ ਉੱਥੇ ਵੀ ਤੁਸੀਂ ਇਹ ਜਿਹੜਾ ਫਰੇਜ਼ ਯੂਜ਼ ਕਰ ਸਕਦੇ ਹੋ। ਜਿਵੇਂ ਤੁਹਾਡੇ ਕੋਲ ਮੀਨਿੰਗ ਦਿੱਤਾ ਹੀ ਹੋਇਆ, ਟੂ ਟੇਕ ਅ ਬੈਕ ਸੀਟ ਮੀਨਿੰਗ ਹੈ ਤੁਹਾਡੇ ਕੋਲੇ ਟੂ ਬਿਕਮ ਲੈਸ ਇੰਪੋਰਟੈਂਟ, ਕਿਸੇ ਚੀਜ਼ ਦਾ ਲੈਸ ਇੰਪੋਰਟੈਂਟ ਹੋ ਜਾਣਾ, ਮਹੱਤਵਪੂਰਨ ਨਾ ਰਹਿਣਾ। ਸੈਕਿੰਡ ਹੈ ਔਰ ਟੂ ਗਿਵ ਅਪ ਕੰਟਰੋਲ ਓਵਰ ਥਿੰग्स ਦਾ, ਜਾਂ ਕਿਸੇ ਚੀਜ਼ ਦੇ ਉੱਤੇ ਤੁਹਾਡਾ ਜਿਹੜਾ ਕੰਟਰੋਲ ਹੈ ਉਹ ਛੁੱਟ ਚੁੱਕਿਆ, ਤੇ ਤੁਸੀਂ ਕਹ ਲਓ ਅਨਕੰਟਰੋਲੇਬਲ ਹੋ ਗਈ ਹੈ ਉਹ ਚੀਜ਼, ਤਾਂ ਉੱਥੇ ਵੀ ਤੁਸੀਂ ਇਹ ਜਿਹੜਾ ਫਰੇਜ਼ ਯੂਜ਼ ਕਰ ਸਕਦੇ ਹੋ। ਇੱਕ ਵਾਰ ਲੈਣੇ ਕੋਈ ਰੀਜ਼ਨ ਦੇਣਾ ਪਰ ਸਿਨੋਨਿਮ ਨੂੰ ਡਿਸਕਸ ਕਰਾਂਗੇ। ਦੇਖੋ ਜੀ, ਫਰਸਟ ਸੀ ਟੂ ਟਰਨ ਓਵਰ ਔਰ ਨਿਊ ਲੀਫ ਮੀਨਿੰਗ ਹੁੰਦਾ ਤੁਹਾਡੇ ਕੋਲੇ ਚੇਂਜ ਹੋਣਾ ਬਿਹੇਵੀਅਰ ਦੇ ਵਿੱਚ ਕਿਸੇ ਬੈਟਰ ਚੀਜ਼ ਦੇ ਲਈ। ਅੱਗੇ ਤੁਹਾਡੇ ਕੋਲ ਅਗਰ ਟੂ ਵਿਨ ਲਾਰੈਂਸ ਮੀਨਿੰਗ ਹੁੰਦਾ ਤੁਹਾਡੇ ਕੋਲ ਟੂ ਵਿਨ ਅਵਾਰਡ, ਤੁਸੀਂ ਕਹਿ ਸਕਦੇ ਹੋ ਚੀਜ਼ ਓਨਰ ਐਂਡ ਗਲੋਰੀ, ਸ਼ਾਨ ਚ ਵਾਧਾ ਹੋਣਾ, ਓਨਰ ਤੁਹਾਨੂੰ ਇਨਾਮ ਮਿਲ ਰਿਹਾ। ਅੱਗੇ ਤੁਹਾਡੇ ਕੋਲੇ ਟੂ ਰੈਂਗਲ ਓਵਰ ਐਨ ਐਸ਼ ਸ਼ੈਡੋ, ਟੂ ਕੁਆਰਲ ਓਵਰ ਟ੍ਰਿਫਲਸ ਮਤਲਬ ਫਾਲਤੂ ਦੀ ਚੀਜ਼ ਵਾਸਤੇ ਲੜਾਈ ਕਰਨਾ। ਅੱਗੇ ਜੀ 4 ਨੰਬਰ ਫਰੇਜ਼ ਦੈਟ ਇਜ਼ ਟੂ ਵਰਕ ਲਾਈਕ ਅ ਡੌਗ, ਮਤਲਬ ਬਹੁਤ ਜ਼ਿਆਦਾ ਸਖਤ ਮਿਹਨਤ ਕਰਨੀ, ਟੂ ਵਰਕ ਵੈਰੀ ਹਾਰਡ। ਨੈਕਸਟ ਵਰਡ ਆਪਣੇ ਕੋਲੇ ਫਰੇਜ਼ ਹੈ ਜੀ ਟੂ ਸਪੀਕ ਵਨਸ ਮਾਈਂਡ, ਮਤਲਬ ਜਿਹੋ ਜਿਹਾ ਤੁਹਾਡੇ ਦਿਮਾਗ ਦੇ ਵਿੱਚ ਆਇਆ ਤੁਸੀਂ ਉਹ ਬੋਲਤਾ, ਮਤਲਬ ਟੂ ਐਕਸਪ੍ਰੈਸ ਵਨਸ ਥॉट्स। ਅੱਗੇ ਜੀ ਤੁਹਾਡੇ ਕੋਲੇ ਫਰੇਜ਼ ਦੈਟ ਇਜ਼ ਟੂ ਟੇਕ ਅ ਬੈਕ ਸੀਟ, ਮਤਲਬ ਕਿ ਹੋਗਾ ਤੁਹਾਡੇ ਕੋਲੇ ਕਿਸੇ ਚੀਜ਼ ਦਾ ਲੈਸ ਇੰਪੋਰਟੈਂਟ ਹੋਣਾ, ਮਤਲਬ ਕੋਈ ਚੀਜ਼ ਜਿਹੜੀ ਇੰਪੋਰਟੈਂਟ ਨਹੀਂ ਰਹੀ, ਮਹੱਤਵਪੂਰਨ ਨਹੀਂ ਰਹੀ, ਜਾਂ ਫਿਰ ਕਿਸੇ ਚੀਜ਼ ਦੇ ਉੱਤੇ ਤੁਹਾਡਾ ਕੰਟਰੋਲ ਹੈ ਜਿਹੜਾ ਤੁਸੀਂ ਗਵਾ ਚੁੱਕੇ ਹੋ, ਟੂ ਲਾਸ ਕੰਟਰੋਲ ਓਵਰ ਥਿੰਗਸ, ਤੁਸੀਂ ਇਹ ਜਿਹੜਾ ਇਹ ਫਰੇਜ਼ ਵਿੱਚ ਕਰ ਸਕਦੇ ਹੋ। ਨੈਕਸਟ ਆਪਣਾ ਟੌਪਿਕ ਹੈ ਜੀ ਸੈਨੋਨਿਮ ਐਂਟੀਨਮ ਦਾ। ਫਰਸਟ ਸੈਨੋਨਿਮ ਜਾਂ ਵਰਡ ਆਪਣੇ ਕੋਲੇ ਤੁਹਾਨੂੰ ਦਿਖ ਰਿਹਾ ਆਪਣਾ ਕਹ ਲਓ ਸਕਰੀਨ ਦੇ ਉੱਤੇ। ਫਰਸਟ ਹੈ ਜੀ ਹੋਲਸਮ। ਹੋਲਸਮ ਦਾ ਮਤਲਬ ਕੀ ਹੁੰਦਾ ਤੁਹਾਡੇ ਕੋਲੇ ਸਿਹਤਮੰਦ ਵਾਸਤੇ ਤੁਸੀਂ ਇਹ ਜਿਹੜਾ ਹੀ ਯੂਜ਼ ਕਰਦੇ ਹੋ। ਹੋਲ ਤਾਂ ਤੁਹਾਨੂੰ ਮੀਨਿੰਗ ਪਤਾ ਹੀ ਹੋਣਾ, ਹੋਲ ਦਾ ਮਤਲਬ ਕਿ ਸਾਰੇ ਦਾ ਸਾਰਾ। ਹੋਲਸਮ ਦਾ ਮੀਨਿੰਗ ਕੀ ਹੋਏਗਾ ਤੁਹਾਡੇ ਕੋਲੇ ਸਾਰੇ ਦਾ ਸਾਰਾ, ਮਤਲਬ ਕਿ ਤੁਹਾਡੇ ਕੋਲ ਕੋਈ ਪਰਸਨ ਜਿਹੜਾ ਕਿ ਬਹੁਤ ਜ਼ਿਆਦਾ ਸਿਹਤਮੰਦ ਹੈ, ਸਾਊਂਡ ਹੈ, ਨਰਿਸ਼ਿੰਗ ਹੈ, ਤਾਂ ਤੁਸੀਂ ਇਹ ਯੂਜ਼ ਕਰੋਗੇ। ਹੋਲਸਮ ਮੀਨਿੰਗ ਹੁੰਦਾ ਸਾਊਂਡ, ਸਿਹਤਮੰਦ, ਨਰਿਸ਼ਿੰਗ ਦਾ ਮੀਨਿੰਗ ਵੀ ਅਗੇਨ ਤੁਹਾਡੇ ਕੋਲੇ ਸਿਹਤਮੰਦ ਵੀ ਹੁੰਦਾ ਹੈਲਥੀ। ਅੱਗੇ ਤੁਹਾਡੇ ਕੋਲੇ ਵਰਡ ਆ ਜਾਣਗੇ ਆਪੋਜ਼ਿਟ ਦੈਟ ਇਜ਼ ਇੰਪਿਓਰ ਔਰ ਅਨਹੈਲਥੀ। ਤਾਂ ਤੁਹਾਨੂੰ ਪਹਿਲੇ ਦੱਸ ਰਿਹਾ ਹੈਲਥੀ ਤੁਸੀਂ ਯੂਜ਼ ਕਰ ਸਕਦੇ ਹੋ। ਆਪੋਜ਼ਿਟ ਕੀ ਹੋ ਜਾਏਗਾ ਅਨਹੈਲਥੀ। ਇੰਪਿਓਰ ਤਾਂ ਤੁਸੀਂ ਪਿਓਰ ਵੀ ਕਹਿ ਸਕਦੇ ਹੋ, ਇੰਪਿਓਰ ਤੁਹਾਡਾ ਆਪੋਜ਼ਿਟ ਵਰਡ ਹੋ ਜਾਏਗਾ। ਸੋ ਹੋਲਸਮ ਦਾ ਮਤਲਬ ਹੁੰਦਾ ਸਿਹਤਮੰਦ, ਸਾਊਂਡ, ਨਰਿਸ਼ਿੰਗ, ਹੈਲਥੀ, ਪਿਓਰ ਤੁਹਾਡੇ ਸਿਨੋਨਿਮ ਹੋ ਜਾਣਗੇ। ਆਪੋਜ਼ਿਟ ਵਰਡ ਹੈ ਇੰਪਿਓਰ ਐਂਡ ਅਨਹੈਲਥੀ। ਨੈਕਸਟ ਵਰਡ ਹੈ ਵਾਈਵੇਸ਼ੀਅਸ। ਵਾਈਵੇਸ਼ੀਅਸ ਤਾਂ ਬੇਸਿਕਲੀ ਦੇਖਿਆ ਜਾਵੇ ਤਾਂ ਬਾਈਬਾ ਵਰਡ ਤੁਸੀਂ ਸੁਣਿਆ ਹੋਣਾ। ਬਾਈਬਾ ਦੇ ਵਿੱਚ ਕੀ ਹੁੰਦਾ ਕੁਐਸਚਨ ਪੁੱਛੇ ਜਾਂਦੇ ਆ ਨਾ, ਜਿਵੇਂ ਕੋਈ ਟੀਚਰ ਬੈਠਾ ਤੁਹਾਡੇ ਤੋਂ ਕੀ ਪੁੱਛਿਆ ਜਾ ਰਿਹਾ, ਪ੍ਰੈਕਟੀਕਲ ਵਗੈਰਾ ਹੋ ਰਿਹਾ ਤੁਹਾਡੇ ਤੋਂ, ਬਾਈਬਾ ਹੁੰਦਾ ਉਹਦੇ ਵਿੱਚ ਹਨਾ, ਤਾਂ ਕੀ ਪੁੱਛਿਆ ਜਾਂਦਾ ਹੈ, ਕੁਐਸਚਨ ਪੁੱਛੇ ਜਾਂਦੇ ਹੁੰਦੇ, ਤਾਂ ਤੁਸੀਂ ਕੀ ਹੁੰਦਾ ਪੂਰੇ એનર્ਜੈਟਿਕ ਹੁੰਦੇ ਹੋ, ਬਿਕੋਜ਼ ਹੁਣ ਆਏ ਹੁੰਦਾ ਨਾ ਵੀ ਟੀਚਰ ਨੇ ਕੁਐਸਚਨ ਪੁੱਛਿਆ ਤਾਂ ਅਸੀਂ ਨਾਲ ਦੇ ਨਾਲ ਆਨਸਰ ਕਰਾਂਗੇ, ਤਾਂ ਫਿਰ ਆਪਣੇ ਨੰਬਰ ਆ ਜਿਹੜੇ ਲੱਗ ਜਾਣਗੇ, ਮਤਲਬ ਤੁਸੀਂ ਪੂਰੇ ਧਿਆਨ ਦੇ ਵਿੱਚ ਹੋ, ਪੂਰੇ ਕਹ ਲਓ ਚਤੁਰ ਹੋ, ਧਿਆਨ ਦੇ ਨਾਲ ਜਿਹੜਾ ਕੋਈ ਕੰਮ ਕਰ ਰਹੇ ਹੋ। ਸੋ ਵਿਵੇਸ਼ੀਅਸ ਤੁਸੀਂ ਉੱਥੇ ਯੂਜ਼ ਕਰ ਸਕਦੇ ਹੋ। ਮੀਨਿੰਗ ਹੈ ਜਿਵੇਂ ਕੁਛ ਵੀ ਜਹਾਜ਼ ਲਿਖਿਆ ਹੋਇਆ ਤੇ ਤੁਸੀਂ ਕਹਿ ਵੀ ਸਕਦੇ ਹੋ ਕੋਈ ਪਰਸਨ ਜਿਹੜਾ ਕੋਈ ਪੂਰਾ ਜੀਵਤ ਹੈ, ਪੂਰੇ ਧਿਆਨ ਨਾਲ ਕੋਈ ਕੰਮ ਕਰ ਰਿਹਾ ਉੱਤੇ ਵੀ ਤੁਸੀਂ ਇਹ ਯੂਜ਼ ਕਰ ਸਕਦੇ ਹੋ। ਸੋ ਲਿਵਲੀ, એનર્ਜੈਟਿਕ ਤੁਹਾਡੇ ਸਿਨੋਨਿਮ ਆ ਜਾਣਗੇ। ਆਪੋਜ਼ਿਟ ਵਰਡ ਹੈ ਜੀ ਅਪੈਥੀ, ਮਤਲਬ ਕਿ ਕਿਸੇ ਚੀਜ਼ ਤੋਂ ਤੁਸੀਂ ਬਹੁਤ ਜ਼ਿਆਦਾ ਸੁਸਤੀ ਦੇ ਨਾਲ ਕੋਈ ਕੰਮ ਕਰ ਰਹੇ ਹੋ, ਧਿਆਨ ਭਟਕ ਰਿਹਾ ਤੁਹਾਡਾ। ਵੇਰੀ ਐਂਡ ਲੈਂਗੁਏਜ ਤੁਹਾਡੇ ਕੀ ਆ ਜਾਣਗੇ, ਆਪੋਜ਼ਿਟ ਵਰਡ ਆ ਜਾਣਗੇ। ਨੈਕਸਟ ਹੈ ਜੀ ਆਪਣੇ ਕੋਲ ਵਰਡ ਦੈਟ ਇਜ਼ ਬਿਮ ਸੀਕਰ। ਤਾਂ ਬਿਮ ਉਹ ਆਪਾਂ ਤੁਸੀਂ ਬਿਮ ਬਿਮ ਵਾਲੀ ਜਿਹੜੀ ਮਸ਼ਹੂਰੀ ਦੇਖੀ ਹੋਣੀ ਹੈ ਨਾ, ਵਿਮ ਇੱਕ ਕਹਿ ਲਓ ਸਾਬਣ ਦਾ ਨਾਮ ਹੈ ਜਿਹੜੀ ਕਿ ਕੱਪੜੇ ਆਪਾਂ ਕਹਿ ਲਓ ਭਾਂਡੇ ਵਗੈਰਾ ਸਾਫ਼ ਕਰਨ ਵਾਸਤੇ ਯੂਜ਼ ਕਰਦੇ ਹਾਂ, ਬਰਤਨ ਸਾਫ਼ ਕਰਨ ਵਾਸਤੇ। ਵਿਮ ਕੀ ਸ਼ਕਤੀ ਹੋਈ ਹੁੰਦੀ ਨਾ 10 ਹੱਥ ਹੋ ਗਈ, ਉਹੀ ਵਾਲੀ ਸੇਮ ਚੀਜ਼ ਹੈ। ਤੁਸੀਂ ਦੇਖ ਲਓ ਹੁਣ ਇੱਕ ਨਿੰਬੂ ਨਾਲ ਕਹਿ ਲਓ 10, ਨਿੰਬੂ ਦੇ ਵਿੱਚ 10 ਹੱਥਾਂ ਦੀ ਸ਼ਕਤੀ ਕਿਵੇਂ ਆ ਜਾਊਗੀ, ਜਾਂ ਨਿੰਬੂ ਨਾਲ ਤੁਸੀਂ ਇੰਨੇ ਨਿੰਬੂ ਬਰਤਨ ਹੈ ਜਿਹੜੇ ਕਿਵੇਂ ਸਾਫ਼ ਕਰ ਲਓਗੇ, ਤਾਂ ਉਹੀ ਸੇਮ ਚੀਜ਼ ਤੁਸੀਂ ਕਰ ਰਹੇ ਹੋ, ਕਿਸੇ ਨੂੰ ਫਨੀ ਜਿਹੇ ਤਰੀਕੇ ਨਾਲ ਕੋਈ ਚੀਜ਼ ਐਕਸਪ੍ਰੈਸ ਕਰ ਰਹੇ ਹੋ। ਸੋ ਬਿਮਸੀਕਲ। ਅੱਗੇ ਤੁਸੀਂ ਸੈਂਕੀ ਹੈ ਜਿਵੇਂ ਇਹਦਾ ਮੀਨਿੰਗ ਲਿਖਿਆ ਹੋਇਆ ਫਨੀ, ਵੀਅਰਡ ਔਰ ਫੈਂਸੀਫੁਲ, ਜਿਹੜੇ ਤੁਸੀਂ ਸਿਨੋਨਿਮ ਦੇ ਵਿੱਚ ਦੇਖੋਗੇ। ਆਪੋਜ਼ਿਟ ਵਰਡ ਹੈ ਜੀ ਤੁਹਾਡੇ ਕੋਲ ਕਾਮਨ, ਆਰਡੀਨਰੀ, ਮਤਲਬ ਜਿਹੜੀ ਚੀਜ਼ ਆਮ ਜੀ ਹੈ, ਸਧਾਰਨ ਜੀ ਹੈ। ਨੈਕਸਟ ਵਰਡ ਹੈ ਜੀ ਆਪਣੇ ਕੋਲੇ ਵਿੰਡਿਕਟਿਵ। ਤਾਂ ਵਿੰਡਿਕਟਿਵ ਦਾ ਮਤਲਬ ਹੁੰਦਾ ਹੈ ਇਹੋ ਜਿਹਾ ਪਰਸਨ ਜਿਹੜਾ ਕਿ ਰਿਵੈਂਜਫੁਲ ਹੋਵੇ, ਮਤਲਬ ਆਈ ਨਹੀਂ ਹੁੰਦਾ ਆਪਾਂ ਨੇ ਵੀ ਉਹਨੂੰ ਐਂ ਕਹਿ ਕੇ ਮੈਂ ਦਿੱਤਾ ਤੇ ਮੈਂ ਉਹਦਾ ਆਪੋਜ਼ਿਟ ਦੇਖਾਂਗਾ ਉਹਨੂੰ, ਉਹ ਤੋਂ ਬਦਲਾ ਲਊਂਗਾ। ਸੋ ਬਦਲਾ ਲੈਣ ਦੀ ਭਾਵਨਾ ਵਾਲਾ ਕੋਈ ਪਰਸਨ ਹੈ। ਸੋ ਵਿੰਡਿਕਟਿਵ ਦਾ ਮਤਲਬ ਹੁੰਦਾ ਬਦਲਾ ਲੈਣ ਵਾਲਾ। ਸੋ ਸਪਾਈਟਫੁਲ ਆ ਗਿਆ ਤੁਹਾਡੇ ਕੋਲੇ, ਰਿਵੈਂਜਫੁਲ ਤੁਸੀਂ ਯੂਜ਼ ਕਰ ਸਕਦੇ ਹੋ, ਤੇ ਮੈਲੀਸ਼ੀਅਸ ਤਾਂ ਮੈਲੀ ਤੁਹਾਨੂੰ ਕਰਾਈ ਹੋਏਗਾ ਵੀ ਇਹੋ ਜਿਹਾ ਪਰਸਨ ਜਿਹੜੇ ਦੇ ਦਿਮਾਗ ਦੇ ਵਿੱਚ ਹੈ ਜਿਹੜਾ ਕਹਿ ਲਓ ਦੂਸਰਾ ਵਾਸਤੇ ਈਰਸ਼ਾ ਜਿਹੜੀ ਭਰੀ ਹੋਵੇ, ਈਰਖਾ ਭਰੀ ਹੋਵੇ, ਮੈਲੀਸ਼ੀਅਸ। ਸੋ ਆਪੋਜ਼ਿਟ ਵਰਡ ਹੈ ਜੀ ਤੁਹਾਡੇ ਕੋਲੇ ਫॉरगिविंग, ਮਤਲਬ ਮਾਫ ਕਰਨ ਵਾਲਾ। ਤਾਂ ਵਿੰਡਿਕਟਿਵ ਮੀਨਿੰਗ ਹੁੰਦਾ ਤੁਹਾਡੇ ਕੋਲੇ ਬਦਲਾ ਲੈਣ ਵਾਲਾ, ਸਪਾਈਟਫੁਲ, ਰਿਵੈਂਜਫੁਲ, ਮੈਲੀਸ਼ੀਅਸ ਤੁਹਾਡੇ ਸਿਨੋਨਿਮ ਨੇ। ਆਪੋਜ਼ਿਟ ਵਰਡ ਹੈ ਫॉरगिविंग। ਕਿ ਤੁਹਾਡਾ ਵਰਡ ਹੈ ਜੀ ਅਨਰੂਲੀ। ਤਾਂ ਰੂਲ ਤੋਂ ਤੁਸੀਂ ਯਾਦ ਕਰ ਸਕਦੇ ਹੋ
ਰੂਲ ਕੀ ਹੁੰਦਾ? ਰੂਲ ਦੇ ਵਿੱਚ ਹੋਣਾ ਮਤਲਬ ਕਿ ਕੋਈ ਚੀਜ਼ ਹੈ ਜਿਹੜੀ ਕੰਟਰੋਲ ਦੇ ਵਿੱਚ ਹੈ, ਮਤਲਬ ਰੂਲ ਰੈਗੂਲੇਸ਼ਨ ਦਾ ਫੋਲੋ ਕਰ ਰਹੀ ਹੈ, ਇਹਦੇ ਵਿੱਚ ਕੰਟਰੋਲ ਦੇ ਵਿੱਚ ਹੈ। ਅਨਰੂਲੀ ਦਾ ਮਤਲਬ ਹੋਗਾ ਕੋਈ ਚੀਜ਼ ਕੰਟਰੋਲ ਤੋਂ ਬਾਹਰ ਹੋ ਗਈ, ਰੂਲ ਦੇ ਵਿੱਚ ਨਹੀਂ ਰਹੀ ਤਾਂ ਅਨਰੂਲੀ ਬਣ ਗਈ, ਸੋ ਬੇਕਾਬੂ। ਲॉलेस ਤੇ डिसोबीडिएंट ਤੁਹਾਡੇ सिनोनिम वर्ड ने। ओबीडिएंट ਦਾ ਮਤਲਬ ਹੁੰਦਾ ਆਗਿਆਕਾਰੀ, डिसोबीडिएंट मतलब अनाज्ञाकारी। सो लॉलेस एंड डिसोबीडिएंट सिनोनिम ने। ऑपोजिट वर्ड है जी ऑर्डरली एंड ट्रैक्टेबल। ऑर्डरली एंड ट्रैक्टेबल। अगे जो ਤੁਹਾਡੇ ਕੋਲ 6 नंबर वर्ड दैट इज वैसीलेट। ਵੈਸੀਲੇਟ ਦਾ ਮਤਲਬ ਹੁੰਦਾ ਬੇਸਿਕਲੀ ਦੇਖਿਆ ਜਾਵੇ ਤਾਂ ਵੈਸੀਲੇਟ ਦਾ ਮਤਲਬ ਹੁੰਦਾ ਤੁਸੀਂ ਜਦੋਂ ਕੋਈ ਸ਼ੀਸ਼ੀ ਵਗੈਰਾ ਲੈ ਕੇ ਆਉਣਾ, ਦਵਾਈ ਵਗੈਰਾ ਦੀ ਸ਼ੀਸ਼ੀ, ਪਾਣੀ ਵਗੈਰਾ ਕੁਝ ਪਾ ਕੇ ਉਹਨੂੰ ਕਹਿੰਦੇ ਨੇ ਵੀ ਹਿਲਾ ਕੇ, ਜਾਂ ਫਿਰ ਜਦੋਂ ਵੀ ਤੁਸੀਂ ਯੂਜ਼ ਕਰੋਗੇ ਹਿਲਾ ਕੇ ਯੂਜ਼ ਕਰੋਗੇ, ਉੱਥੇ ਤੁਸੀਂ ਵੈਸੀਲੇਟ ਵਰਡ ਲਿਖਿਆ ਹੋਇਆ ਦੇਖਿਆ ਹੋਣਾ। ਤਾਂ ਉਹਦਾ ਮੀਨਿੰਗ ਹੁੰਦਾ ਕੋਈ ਚੀਜ਼ ਜਿਹੜੀ ਕਿ ਹਿਲਾ ਕੇ ਕੀਤੀ ਜਾਂਦੀ ਹੈ, ਮਤਲਬ ਕਹ ਲਓ ਕਿਸੇ ਚੀਜ਼ ਦੇ ਵਿੱਚ ਕੀ ਕੀਤਾ ਜਾ ਰਿਹਾ ਹੈ, ਹਲਚਲ ਜੀ ਹੋ ਰਹੀ ਹੈ। ਸੋ ਵੈਸੀਲੇਟ ਦਾ ਮੀਨਿੰਗ ਉਹ ਵੀ ਹੁੰਦਾ। ਸੈਕਿੰਡ ਚੀਜ਼ ਵੈਸੀਲੇਟ ਦਾ ਮਤਲਬ ਹੁੰਦਾ ਇਹੋ ਜਿਹੀ ਥਾਂ ਜਿਹੜੀ ਦੇ ਵਿੱਚ ਤੁਸੀਂ ਉਲਝ ਰਹੇ ਹੋ, ਇਹੋ ਜਿਹੀ ਚੀਜ਼ ਜਿਹੜੀ ਦੇ ਵਿੱਚ ਉਲਝਿਆ ਜਾ ਰਿਹਾ, ਸੋ ਉਲਝਣ ਦੀ ਸਥਿਤੀ ਵਿੱਚ ਹੋਣਾ ਤੁਹਾਡਾ ਕੋਲ ਮੀਨਿੰਗ ਹੈ। ਅੱਗੇ ਤੁਹਾਡੇ ਕੋਲ ਜਿਵੇਂ ਸਿਨੋਨਿਮ ਲਿਖਿਆ ਹੋਇਆ ਬੇਵਰ। ਬੇਵਸ ਤੋਂ ਤੁਸੀਂ ਯਾਦ ਕਰੋ ਬੇਵਸ ਹੁੰਦੀਆਂ, ਪਾਣੀ ਦੀਆਂ ਬੇਵਸ ਹੁੰਦੀਆਂ ਨੇ ਨਾ, ਲਹਿਰਾਂ ਹੁੰਦੀਆਂ ਨੇ, ਤਾਂ ਹੁਣ ਉਹ ਵੀ ਹੁੰਦੀਆਂ ਨੇ ਇੱਕ ਤੋਂ ਬਾਅਦ ਦੂਜੀ, ਦੂਜੀ ਤੋਂ ਬਾਅਦ ਤੀਜੀ, ਮਤਲਬ ਇਸ ਤਰੀਕੇ ਨਾਲ ਉਹ ਚੱਲਦੀਆਂ ਰਹਿੰਦੀਆਂ ਨੇ। ਬੇਵਰ ਮਤਲਬ ਉਹਨਾਂ ਦੇ ਵਿੱਚ ਹਲਚਲ ਹੁੰਦੀ ਰਹਿੰਦੀ ਹੈ। ਜਿੱਥੇ ਦਾ ਅਗੇਨ ਮੀਨਿੰਗ ਹੁੰਦਾ ਕੋਈ ਚੀਜ਼ ਇੱਧਰ ਉੱਧਰ ਕਰ ਦੇਣਾ। ਅੱਗੇ ਹੈਜ਼ੀਟੇਟ ਕਰਨਾ, ਹੈਜ਼ੀਟੇਟ ਹੈਜ਼ੀਟੇਸ਼ਨ ਦਾ ਮਤਲਬ ਹੁੰਦਾ ਤੁਹਾਡੇ ਕੋਲ ਉਲਝਣ ਦੇ ਵਿੱਚ ਪੈ ਜਾਣਾ, ਇਰੈਸੋਲੂਟ। ਤਾਂ ਇਹ ਤੁਹਾਡੇ ਸਿਨੋਨਿਮ ਨੇ। ਆਪੋਜ਼ਿਟ ਵਰਡ ਹੈ ਜੀ ਡਿਸਾਈਡ, ਪਰਸਿਸਟ ਐਂਡ ਡਿਸਿਸਿਵ। डिसाइड, परसिस्ट एंड डिसिसिव। आई होप ਤੁਹਾਨੂੰ ਕਲੀਅਰ ਹੋਣਗੇ। ਨੈਕਸਟ ਕੁਐਸਚਨ ਜਿਹੜਾ ਆਪਾਂ ਡਿਸਕਸ ਕਰਾਂਗੇ ਸਪੈਲਿੰਗ ਐਰਰਸ ਦਾ। ਉਸ ਤੋਂ ਪਹਿਲਾਂ ਆਪਾਂ ਡਿਸਕਸ ਕਰ ਲਾਂਗੇ ਸਿਨੋਨਿਮ ਐਂਟੋਨਿਮ। ਇੱਕ ਵਾਰ ਇਹਨਾਂ ਨੂੰ ਦੁਬਾਰਾ ਰਿਵਾਈਜ਼ ਕਰਾਂਗੇ, ਤਾਂ ਆਪਾਂ ਜਿਹੜਾ ਇਹ ਕੁਐਸਚਨ ਕੰਪਲੀਟ ਕਰਕੇ ਸਪੈਲਿੰਗ ਐਰਰ ਦਾ ਕੁਐਸਚਨ ਦੇਖਾਂਗੇ। ਦੇਖੋ ਜੀ ਫਰਸਟ ਵਰਡ ਜਿਹੜਾ ਆਪਾਂ ਡਿਸਕਸ ਕੀਤਾ ਦੈਟ ਇਜ਼ ਹੋਲਸਮ। ਮੀਨਿੰਗ ਹੁੰਦਾ ਤੁਹਾਡੇ ਕੋਲੇ ਸਿਹਤਮੰਦ। ਸਾਊਂਡ ਨਾਰਮਲ ਤੁਹਾਡੇ ਸਿਨੋਨਿਮ ਨੇ। ਆਪੋਜ਼ਿਟ ਵਰਡ ਹੈ ਜੀ ਤੁਹਾਡੇ ਕੋਲੇ impure and unhealthy। नेक्स्ट वर्ड से vivacious मतलब कि खुशमिजाज है। lively energetic synonym ने। opposite word है जी apathic, weary and languid। ਅੱਗੇ ਤੁਹਾਡੇ ਕੋਲ word ਹੈ whimsical। meaning ਹੁੰਦਾ ਤੁਹਾਡੇ ਕੋਲ ਸਨਖੀਜਾ ਹੋਣਾ। funny, weird and fanciful ਤੁਹਾਡੇ synonym ਨੇ। opposite word ਹੈ common or ordinary। next word ਹੈ ਜੀ vindictive मतलब ਕਿ ਹੁੰਦਾ ਕੋਈ ਬਦਲਾ ਲੈਣ ਵਾਲੇ ਵਾਸਤੇ यूज ਕੀਤਾ ਜਾਂਦਾ ਹੈ। spiteful, revengeful, malicious synonym ਨੇ। opposite word ਹੈ forgiving। ਨੈਕਸਟ ਵਰਡ ਸੀ ਆਪਣਾ 5 ਨੰਬਰ ਦੈਟ ਇਜ਼ ਅਨਰੂਲੀ। ਮੀਨਿੰਗ ਹੁੰਦਾ ਤੁਹਾਡਾ ਰੂਲ ਦੇ ਵਿੱਚ ਨਹੀਂ ਹੈ, ਮਤਲਬ ਬੇਕਾਬੂ। ਲॉलेस, डिसोबीडिएंट सिनोनिम ने। opposite word ਹੈ orderly, ट्रैक्टेबल। ਹਾਂਜੀ, ਤੇ ਨੈਕਸਟ ਆਪਣੇ ਕੋਲੇ ਵਰਡ ਸੀ ਜੀ ਵੈਸੀਲੇਟ। ਮੀਨਿੰਗ ਹੁੰਦਾ ਉਲਝਣ ਦੀ ਸਥਿਤੀ ਦੇ ਵਿੱਚ ਹੋਣਾ, ਜਾਂ ਸੇਮ ਚੀਜ਼ ਕਹਿ ਸਕਦੇ ਹੋ ਕੋਈ ਇਹੋ ਜਿਹੀ ਚੀਜ਼ ਜਿਹੜੀ ਕਿਸੇ ਹਾਲਚਲ ਦੇ ਵਿੱਚ ਹੋਵੇ। ਸੋ ਵੇਵਰ, ਡਿਥਰ, ਹੈਸੀਟੇਟ ਐਂਡ ਇਰਸੋਲੂਟ ਤੁਹਾਡੇ ਸਿਨੋਨਿਮ। ਆਪੋਜ਼ਿਟ ਵਰਡ ਹੈ ਜੀ ਤੁਹਾਡੇ ਕੋਲੇ ਡਿਸਾਈਡ, ਪਰਸਿਸਟ ਔਰ ਡਿਸਿਸਿਵ। ਆਈ ਹੋਪ ਤੁਹਾਨੂੰ ਸਿਨੋਨਿਮ ਐਂਟੋਨਿਮ ਕਲੀਅਰ ਹੋ ਗਏ ਹੋਣਗੇ। ਪਲੱਸ ਕਲਾਸ ਦੇ ਵਿੱਚ ਹੀ ਤੁਸੀਂ ਜਿਹੜਾ ਇਹਨਾਂ ਨੂੰ ਯਾਦ ਕਰ ਲਿਆ ਹੋਗਾ। ਅੱਗੇ ਤੁਹਾਡਾ ਜਿਹੜਾ ਕੁਐਸਚਨ ਆਪਾਂ ਕਰਾਂਗੇ ਦੈਟ ਇਜ਼ ਸਪੈਲਿੰਗ ਐਰਰ ਦਾ, ਮਿਸਸਪੈਲਡ ਦਾ। ਫਰਸਟ ਕੁਐਸਚਨ ਤੁਹਾਨੂੰ ਸਕਰੀਨ ਦੇ ਉੱਤੇ ਸ਼ੋ ਹੋ ਗਿਆ। ਸਭ ਤੋਂ ਪਹਿਲਾਂ ਤੁਸੀਂ ਸੋਲਵ ਕਰੋਗੇ, ਦੈਨ ਤੁਹਾਨੂੰ ਇਹਦਾ ਆਨਸਰ ਦੱਸਿਆ ਜਾਏਗਾ। ਚੈੱਕ ਕਰੋ ਜੀ, ਚਾਰ ਆਪਸ਼ਨਸ ਨੇ ਤੁਹਾਡੇ ਕੋਲੇ A B C D। ਸਭ ਤੋਂ ਪਹਿਲਾਂ ਫਾਈਂਡ ਆਊਟ ਕਰਨਾ ਤੁਹਾਡੇ ਕੋਲ ਕੁਐਸਚਨ ਕੀ ਹੈ, ਸਿਲੈਕਟ ਦਾ ਇਨਕਰੈਕਟਲੀ ਸਪੈਲਡ ਵਰਡ। ਦਾ ਚਾਰ ਆਪਸ਼ਨ ਦੇ ਵਿੱਚੋਂ ਇਨਕਰੈਕਟਲੀ ਸਪੈਲਡ ਵਰਡ ਜਿਹੜਾ ਤੁਹਾਡੇ ਕੋਲ ਕਿਹੜਾ ਹੈਗਾ, ਇਹ ਚੀਜ਼ ਤੁਸੀਂ ਫਾਈਂਡ ਆਊਟ ਕਰਨੀ ਹੈ। ਕੁਐਸਚਨ ਤੁਸੀਂ ਸੋਲਵ ਕਰਨਾ ਹੈ। ਤਿੰਨ ਤੁਹਾਡੇ ਕੋਲ ਵਰਡ ਹੋਣਗੇ ਜਿਹੜੇ ਸਹੀ ਸਪੈਲ ਕੀਤੇ ਹੋਣਗੇ। ਜਿਹੜਾ ਇਨਕਰੈਕਟਲੀ ਸਪੈਲਡ ਵਰਡ ਹੈ ਉਹ ਤੁਸੀਂ ਇੱਥੇ ਸਿਲੈਕਟ ਕਰਨਾ ਹੈ। ਚੈੱਕ ਕਰੋ, ਦੈਨ ਆਪਾਂ ਇਹਦਾ ਆਨਸਰ ਦੇਖ। ਹਾਂਜੀ, ਤਾਂ ਉਹ ਤੁਸੀਂ ਆਨਸਰ ਮਾਰਕ ਕਰ ਲਿਆ ਹੋਣਾ। ਦੱਸੋ ਤੁਹਾਡੇ ਕੋਲ ਆਨਸਰ ਕੀ ਹੋਏਗਾ। ਡੀ ਆਪਸ਼ਨ ਹੈ ਜਿਹੜਾ ਤੁਹਾਡਾ ਇੱਥੇ ਆਨਸਰ ਹੈ। ਇਨਕਰੈਕਟਲੀ ਸਪੈਲਡ ਵਰਡ ਪੁੱਛਿਆ ਕਿ ਸੋ ਡੀ ਹੈ ਜਿਹੜਾ ਤੁਹਾਡੇ ਕੋਲ ਇਨਕਰੈਕਟ ਸਪੈਲ ਕੀਤਾ ਹੋਇਆ। ਹੁਣ ਦੇਖਦੇ ਹਾਂ ਆਪਣੇ ਕੋਲ ਕਿਹੜਾ ਵਰਡ ਹੈ ਜਿਹੜਾ ਤੁਹਾਡੇ ਕੋਲ ਮੀਨਿੰਗ ਕੀ ਦਿੰਦਾ। ਸੋ ਫਸਟ ਆਪਣੇ ਕੋਲ ਅਡਲਟਰੇਟ ਦਾ। ਹੁਣ ਅਡਲਟਰੇਟ ਤੁਹਾਨੂੰ ਕਰਵਾਇਆ ਗਿਆ ਸੀ ਸਿਨੋਨਿਮ ਐਂਟੋਨਿਮ ਦੇ ਵਿੱਚ। ਜਿੱਦਾਂ ਨੂੰ ਯਾਦ ਹੋਏਗਾ ਤਾਂ ਮੀਨਿੰਗ ਹੁੰਦਾ ਮਿਲਾਵਟ। ਮਿਲਾਵਟ ਹੋਣਾ ਨਾ, ਮਿਲਾਵਟੀ ਇਹਦਾ ਮਤਲਬ ਹੁੰਦਾ ਤੁਹਾਡੇ ਕੋਲੇ। ਅਡਲਟਰੈਂਟ ਦਾ ਮੀਨਿੰਗ ਹੁੰਦਾ ਮਿਲਾਵਟੀ। ਅੱਗੇ ਤੁਹਾਡੇ ਕੋਲ ਵਰਡ ਹੈ ਜੀ ਬੋਨਾਫਾਈਡ ਦਾ। ਬੋਨਾਫਾਈਡ ਦਾ ਮੀਨਿੰਗ ਹੁੰਦਾ ਤੁਹਾਡੇ ਕੋਲ ਇਹੋ ਜਿਹਾ ਚੀਜ਼ ਜਿਹੜੀ ਕਿ ਵਾਸਤਵਿਕ ਹੋਵੇ, ਨਿਰਪੱਖ ਹੋਵੇ, ਜੈਨੂਅਨ ਜੀ ਹੋਵੇ, ਤੇ ਤੁਸੀਂ ਕਹਿ ਸਕਦੇ ਹੋ ਨਿਰਪੱਖ ਕਹਿ ਲਓ, ਜਾਂ ਵਾਸਤਵਿਕ, ਅਸਲੀ ਕਹਿ ਸਕਦੇ ਹੋ। ਤਾਂ ਉਹਦੇ ਵਾਸਤੇ ਤੁਸੀਂ ਵਰਡ ਯੂਜ਼ ਕਰ ਲੈਣਾ ਜੀ ਬੋਨਾਫਾਈਡ। ਅੱਗੇ ਤੁਹਾਡੇ ਕੋਲੇ ਵਰਡ ਕੰਪੋਜੀਸ਼ਨ। ਕੰਪੋਜੀਸ਼ਨ ਦਾ ਮਤਲਬ ਹੁੰਦਾ ਕਿਸੇ ਚੀਜ਼ ਦੀ ਰਚਨਾ। ਕੰਪੋਜੀਸ਼ਨ ਹੁੰਦੀ ਹੈ ਰਚਨਾ, ਕੋਈ ਚੀਜ਼ ਕਿਵੇਂ ਬਣੀ ਹੋਈ ਹੈ ਉਹ ਤੁਹਾਡੇ ਕੋਲ ਹੁੰਦੀ ਹੈ, ਕਿਸੇ ਚੀਜ਼ ਦੀ ਰਚਨਾ ਹੁੰਦੀ ਹੈ, ਕੰਪੋਜੀਸ਼ਨ ਹੁੰਦੀ ਹੈ। ਐਂਡ ਦ ਲਾਸਟ ਵਰਡ ਹੈ ਤੁਹਾਡੇ ਕੋਲ ਡਿਫੋਰੈਸਟੇਸ਼ਨ। ਤਾਂ ਡਿਫੋਰੈਸਟੇਸ਼ਨ ਦਾ ਮਤਲਬ ਹੁੰਦਾ ਜੰਗਲਾਂ ਦੀ ਕਟਾਈ। ਹੁਣ ਜੰਗਲ ਦੀ ਕਟਾਈ ਵਾਸਤੇ ਯੂਜ਼ ਕਰਦੇ ਹੋ ਤੁਸੀਂ डिफॉरेस्टेशन। फॉरेस्टेशन का मतलब होता है रुख रुख लगाना। डिफॉरेस्टेशन का मतलब होता है जंगल की कटाई करना। तो डिफॉरेस्टेशन के स्पेलिंग की गेट डी एफ ओ आर ई एस टी ए टी आई ओ एन। ए टी आई ओ एन होता है, ए एस आई ओ एन नहीं होता। फॉरेस्ट ते एशन होता है, एसन नहीं होता। सो इस ਤੁਹਾਡੇ ਕੋਲ स्पेलिंग ਤਾਂ डिफॉरेस्टेशन से ਜਿਹੜਾ ਤੁਹਾਡਾ ਆਨਸਰ ਸੀ। ਅੱਗੇ ਤੁਹਾਡੇ ਕੋਲ ਸੈਕੰਡ ਨੰਬਰ ਕੁਐਸਚਨ ਅਗੇਨ ਸਿੱਧੀ ਫਾਈਂਡ ਆਊਟ ਕਰਨਾ ਹੈ। ਸਿਲੈਕਟ ਦਾ ਇਨਕਰੈਕਟਲੀ ਸਪੈਲਡ ਵਰਡ। ਚਾਰ ਆਪਸ਼ਨਸ ਨੇ, ਕਿਹੜਾ ਆਪਸ਼ਨ ਹੈ ਜਿਹੜਾ ਤੁਹਾਡੇ ਕੋਲ ਇਨਕਰੈਕਟ ਸਪੈਲ ਕੀਤਾ ਹੋਇਆ, ਇਹ ਚੀਜ਼ ਤੁਸੀਂ ਫਾਈਂਡ ਆਊਟ ਕਰਨੀ ਹੈ। ਫਰਸਟ ਤੁਹਾਡੇ ਕੋਲ ਵਰਡ ਹੈ ਸਰਟੀਫਿਕੇਟ, ਦੈਨ ਡਾਇਲੌਗ, ਦੈਨ ਇਰੈਡੀਕੇਟ ਐਂਡ ਦ ਲਾਸਟ ਇਜ਼ ਫਰਨਿਸ਼। ਚੈੱਕ ਕਰੋ, ਦੈਨ ਆਪਾਂ ਇਹਦਾ ਆਨਸਰ ਮਾਰਕ ਕਰਾਂਗੇ। ਦੇਖੋ ਜੀ
हाँ, तो आई होप ਤੁਸੀਂ ਆਨਸਰ ਮਾਰਕ ਕਰ ਲਿਆ ਹੋਣਾ। ਤਾਂ ਦੇਖੋ ਇਹਦੇ ਵਿੱਚ ਆਨਸਰ ਕੀ ਆਏਗਾ, ਇਨਕਰੈਕਟਲੀ ਸਪੈਲਡ ਵਰਡ ਪੁੱਛਿਆ ਗਿਆ ਤਾਂ ਇਨਕਰੈਕਟਲੀ ਸਪੈਲਡ ਵਰਡ ਕਿਹੜਾ ਤੁਹਾਡੇ ਕੋਲ ਬੀ ਆਪਸ਼ਨ ਤੁਹਾਡਾ ਆਨਸਰ ਹੋਏਗਾ। ਡਾਇਲੌਗ ਦੀ ਸਪੈਲਿੰਗ ਗਲਤ ਹੈ। ਹੁਣ ਸਰਟੀਫਿਕੇਟ ਦਾ ਮੀਨਿੰਗ ਤੁਹਾਨੂੰ ਸਾਰਿਆਂ ਨੂੰ ਪਤਾ, ਸਰਟੀਫਿਕੇਟ ਕਰਨਾ, ਸਰਟੀਫਾਈ ਕਰਨਾ, ਕਿਸੇ ਨੂੰ ਪ੍ਰਮਾਣ ਕਰਨਾ ਨਾ, ਪ੍ਰਮਾਣ ਪੱਤਰ ਵਗੈਰਾ ਦੇਣਾ। ਸੋ ਸਰਟੀਫਿਕੇਟ ਪ੍ਰਮਾਣ ਪੱਤਰ ਹੋ ਗਿਆ। ਅੱਗੇ ਤੁਹਾਡੇ ਕੋਲ ਹੋ ਗਿਆ ਡਾਇਲੌਗ। ਡਾਇਲੌਗ ਦਾ ਮੀਨਿੰਗ ਹੁੰਦਾ ਵਾਰਤਾਲਾਪ। ਜਦੋਂ ਆਪਾਂ ਕਿਸੇ ਦੇ ਨਾਲ ਗੱਲ ਕਰਦੇ ਤਾਂ ਉਹ ਡਾਇਲੌਗ ਹੁੰਦੇ ਨਾ, ਆਪਣੀਆਂ ਗੱਲਾਂ ਹੁੰਦੀਆਂ ਜਿਹੜੀਆਂ ਉਹ ਡਾਇਲੌਗਸ ਹੁੰਦੇ, ਉਹਨੂੰ ਡਾਇਲੌਗ ਕਿਹਾ ਜਾਂਦਾ। ਸਪੈਲਿੰਗ ਕੀ ਹੁੰਦਾ, DIALOG। ਜੂ ਹੀ ਹੁੰਦਾ ਹੈ, ਜੋ ਕਿ ਯੂਜ਼ ਕੀਤਾ ਜਾਂਦਾ, GE ਨਹੀਂ ਹੁੰਦਾ। ਸੋ ਡਾਇਲੌਗ ਦਾ ਮਤਲਬ ਹੁੰਦਾ ਤੁਹਾਡੇ ਕੋਲ ਵਾਰਤਾਲਾਪ, ਵਾਰਤਾਲਾਪ, ਗੱਲਬਾਤ। ਅੱਗੇ ਤੁਹਾਡੇ ਕੋਲ ਇਰੈਡੀਕੇਟ। ਇਰੈਡੀਕੇਟ ਤੁਹਾਨੂੰ ਮੈਂ ਇਸ ਤੋਂ ਯਾਦ ਕਰਵਾਇਆ ਸੀਗਾ। ਤਾਂ ਪੰਜਾਬ ਆਪਾਂ ਜਦੋਂ ਸਿਨੇਮੈਟਿਕ ਨੂੰ ਡਿਸਕਸ ਕਰਦੇ ਸੀ, ਪੰਜਾਬੀ ਮੀਨਿੰਗ ਹੈ ਕਿਸੇ ਚੀਜ਼ ਨੂੰ ਮਿਟਾਉਣਾ, ਹਟਾਉਣਾ, ਘੱਟ ਕਰਨਾ। ਅੱਛਾ, ਅੱਗੇ ਤੁਹਾਡੇ ਕੋਲ ਵਰਡ ਫਰਨਿਸ਼ ਦਾ। ਫਰਨਿਸ਼ ਦਾ ਮਤਲਬ ਹੁੰਦਾ ਬੇਸਿਕਲੀ ਇਹ ਫਰਨੀਚਰ ਵਾਸਤੇ ਯੂਜ਼ ਕੀਤਾ ਜਾਂਦਾ। ਫਰਨੀਚਰ, ਫਰਨੀਚਰ, ਫਰਨੀਚਰ ਨੂੰ ਕਿਤੇ ਪਲੇਸ ਕੀਤਾ ਜਾ ਰਿਹਾ ਤਾਂ ਉੱਥੇ ਤੁਸੀਂ ਯੂਜ਼ ਕਰ ਲੈਣਾ ਵਰਡ ਫਰਨਿਸ਼ ਦਾ। ਅੱਗੇ ਜੀ ਤੁਹਾਡੇ ਕੋਲ ਅਗੇਨ ਕੁਐਸਚਨ, ਇੱਥੇ ਤੁਹਾਡੇ ਕੋਲ ਆਨਸਰ ਕੀ ਹੋਣਾ ਸੀ, ਬੀ ਆਪਸ਼ਨ ਤੁਹਾਡਾ ਆਨਸਰ ਸੀਗਾ। ਡਾਇਲੌਗ ਦੀ ਸਪੈਲਿੰਗ ਵਿੱਚ ਰੌਂਗ ਸੀ, ਇਨਕਰੈਕਟਲੀ ਸਪੈਲਡ ਵਰਡ ਯੂਜ਼ ਇੱਥੇ ਫਾਊਂਡ ਆਊਟ ਕਰਨਾ। ਲਾਸਟ ਕੁਐਸਚਨ ਹੈ ਜੀ ਤੁਹਾਡਾ, ਸਿਲੈਕਟ ਦਾ ਕਰੈਕਟਲੀ ਸਪੈਲਡ ਵਰਡ। ਤਾਂ ਸਪੈਲਡ ਵਰਡ ਜਿਹੜਾ ਤੁਸੀਂ ਫਾਈਂਡ ਆਊਟ ਕਰਨਾ ਉਹ ਕੀ ਹੋਣਾ ਚਾਹੀਦਾ, ਕਰੈਕਟਲੀ ਸਪੈਲ ਹੋਣਾ ਚਾਹੀਦਾ। ਮਤਲਬ ਤੁਹਾਡੇ ਕੋਲ ਚਾਰ ਆਪਸ਼ਨਸ ਨੇ, ਚਾਰਾਂ ਦੇ ਵਿੱਚੋਂ ਜਿਹੜਾ ਤੁਹਾਡੇ ਕੋਲ ਕਰੈਕਟਲੀ ਸਪੈਲ ਹੈ ਉਹ ਤੁਸੀਂ ਇੱਥੇ ਟਿਕ ਕਰੋਗੇ। ਹੁਣ ਦੇਖੋ ਇੱਥੇ ਤੁਹਾਡੇ ਕੋਲ ਚਾਰੋਂ ਆਪਸ਼ਨ ਸੇਮ ਹੀ ਨੇ। ਜਨਰੇਸ਼ਨ ਵਰਡ ਅਗਰ ਤੁਹਾਡੇ ਕੋਲ ਤੁਸੀਂ ਫਾਈਂਡ ਆਊਟ ਕਰਨਾ ਵੀ ਕਿਹੜਾ ਸਪੈਲਿੰਗ ਜਨਰੇਸ਼ਨ ਦੇ ਸਹੀ ਹੈ। First है GENERATION, then GENARATION, GENRATION, GENERATION। तो जनरेशन ਦੇ ਸਪੈਲਿੰਗ ਚੈੱਕ ਕਰੋ। ਹਾਂਜੀ, ਤਾਂ ਆਨਸਰ ਕੀ ਹੋਊਗਾ ਤੁਹਾਡੇ ਕੋਲ, GENERATION। ਤਾਂ ਜਨਰੇਸ਼ਨ ਦੇ ਸਪੈਲਿੰਗ ਇਹ ਹੁੰਦਾ। ਜਨਰੇਸ਼ਨ ਦਾ ਬੇਸਿਕਲੀ ਮੀਨਿੰਗ ਹੁੰਦਾ ਪੀढ़ी ਵਾਸਤੇ ਆਪਾਂ ਯੂਜ਼ ਕਰਦੇ ਹਾਂ ਨਾ, ਪੀढ़ी ਦਰ ਪੀढ़ी ਜਿਵੇਂ ਕੋਈ ਚੀਜ਼ ਚੱਲਦੀ ਹੈ। ਸੋ ਪੀढ़ी ਵਾਸਤੇ ਜਨਰੇਸ਼ਨ ਬਾਈ ਜਨਰੇਸ਼ਨ, ਜਨਰੇਸ਼ਨ ਬਹੁਤ ਯੂਜ਼ ਕੀਤਾ ਜਾਂਦਾ ਹੈ, ਪੀढ़ी ਯੂਜ਼ ਕੀਤਾ ਜਾਂਦਾ। तो सिर्फ जनरेशन ਦੇ ਸਪੈਲਿੰਗ ਨੂੰ ਚੈੱਕ ਕਰ ਲਓ ਕਿਹੜਾ ਆਪਸ਼ਨ ਤੁਹਾਡੇ ਕੋਲ ਸਹੀ ਹੋਗਾ। GENERATI, ਇਹ ਆਪਸ਼ਨ ਜਿਹੜਾ ਤੁਹਾਡਾ ਆਨਸਰ ਹੈ। ਇਨਕਰੈਕਟਲੀ ਸੌਰੀ ਕਰੈਕਟਲੀ ਸਪੈਲਡ ਵਰਡ ਪੁੱਛਿਆ ਗਿਆ ਤੇ ਕਰੈਕਟਲੀ ਕਿਹੜਾ ਹੈਗਾ ਤੁਹਾਡੇ ਕੋਲ ਇਹ ਹੈ, ਬਾਕੀ ਸਾਰਿਆਂ ਦੇ ਵਿੱਚ ਰੌਂਗ ਤੇ ਈ ਰੌਂਗ ਹੈ। ਇੱਥੇ ਦੇਖੋ ਈ ਯੂਜ਼ ਕਰਨੀ ਸੀ, ਏ ਯੂਜ਼ ਕੀਤੀ ਹੋਈ ਹੈ। ਇੱਥੇ ਤਾਂ ਯੂ ਵੀ ਨਹੀਂ ਕੀਤੀ, ਈ ਜੋ ਕਿ ਰੌਂਗ ਆ ਗਿਆ। ਅੱਗੇ ਤੁਹਾਡੇ ਕੋਲ ਜਨਰੇਸ਼ਨ, ਅਗੇਨ ਏ ਯੂਜ਼ ਕੀਤੀ, ਈ ਯੂਜ਼ ਕੀਤੀ ਹੋਈ ਹੈ, ਏ ਯੂਜ਼ ਹੋਣੀ ਸੀ। ਸੋ ਇਸ ਤਰੀਕੇ ਨਾਲ ਤੁਹਾਡੇ ਕੋਲ ਸਾਰੀਆਂ ਬੀ ਸੀ ਡੀ ਹੈ ਜਿਹੜੀਆਂ ਰੌਂਗ ਨਹੀਂ ਹੈ। ਇਹ ਆਪਸ਼ਨ ਸੀ ਜਿਹੜੀ ਤੁਹਾਡਾ ਆਨਸਰ ਹੋਣੀ ਸੀ, ਕਰੈਕਟਲੀ ਸਪੈਲਡ ਵਰਡ ਤੁਹਾਡੇ ਤੋਂ ਪੁੱਛਿਆ ਗਿਆ ਸੀ। ਨੈਕਸਟ ਕੁਐਸਚਨ ਜੋ ਆਪਾਂ ਦੇਖ ਰਹੇ ਹਾਂ ਦੈਟ ਇਜ਼ ਫਿਕਸਡ ਪ੍ਰੈਪੋਜੀਸ਼ਨਸ। तो चेक करते हैं कि फर्स्ट वर्ड है ਤੁਹਾਡੇ ਕੋਲੇ ਲਿਸਨ। ਲਿਸਨ ਦੇ ਨਾਲ ਯੂਜ਼ ਕੀਤਾ ਜਾਂਦਾ। ਲਿਸਨ ਦਾ ਮਤਲਬ ਕੀ ਹੁੰਦਾ ਹੈ, ਲਿਸਨ ਟੂ ਮੀ। ਆਪਾਂ ਕਹਿੰਦੇ ਨਾ ਲਿਸਨ ਟੂ ਮੀ ਮਤਲਬ ਧਿਆਨ ਦੇ ਨਾਲ ਸੁਣਨਾ। ਸੁਣਨਾ ਲਿਸਨ ਦਾ ਮਤਲਬ ਹੁੰਦਾ ਸੁਣਨਾ। ਹੁਣ ਜਦੋਂ ਲਿਸਨ ਦੇ ਨਾਲ ਤੁਸੀਂ ਜਿਹੜੀ ਪ੍ਰੈਪੋਜੀਸ਼ਨ ਯੂਜ਼ ਕਰੋਗੇ ਜੀ ਉਹ ਟੂ ਹੁੰਦਾ ਹੈ। ਇਹਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਨੂੰ ਅਟੈਂਟਿਵਲੀ ਸੁਣਨਾ, ਧਿਆਨ ਦੇ ਨਾਲ ਸੁਣਨਾ। ਸੋ ਟੂ ਗਿਵ ਅਟੈਂਸ਼ਨ ਟੂ ਸਮਥਿੰਗ ਦੈਟ ਯੂ ਕੈਨ ਹੀਅਰ। ਤਾਂ ਕਿਸੇ ਚੀਜ਼ ਨੂੰ ਧਿਆਨ ਦੇ ਨਾਲ ਸੁਣਨਾ, ਜਾਂ ਕਿਸੇ ਚੀਜ਼ ਵੱਲ ਧਿਆਨ ਦੇਣਾ ਤਾਂ ਜੋ ਤੁਸੀਂ ਉਹ ਚੀਜ਼ ਬਾਰੇ ਸੁਣ ਸਕੋ। ਸੋ ਇਹਦਾ ਮੀਨਿੰਗ ਹੁੰਦਾ ਹੈ। ਅੱਗੇ ਜੀ ਤੁਹਾਡੇ ਕੋਲ ਐਗਜ਼ਾਮਪਲ, ਯੂ ਸ਼ੁਡ ਲਿਸਨ ਟੂ ਯੂਅਰ ਟੀਚਰਸ ਐਡਵਾਈਸ। ਤਾਂ ਲਿਸਨ ਟੂ ਯੂਜ਼ ਕੀਤਾ ਮਤਲਬ ਤੁਹਾਨੂੰ ਕਰਨੀ ਚਾਹੀਦੀ ਹੈ ਆਪਣੀ ਟੀਚਰ ਦੀ ਐਡਵਾਈਸ ਹੈ ਜਿਹੜੀ ਧਿਆਨ ਨਾਲ ਸੁਣਨੀ ਚਾਹੀਦੀ ਹੈ। ਸੋ ਲਿਸਨ ਦੇ ਨਾਲ ਜਿਹੜੀ ਵਰਡ ਯੂਜ਼ ਕੀਤਾ ਜਾਂਦਾ ਉਹ ਹੁੰਦਾ ਟੂ। ਪ੍ਰੈਪੋਜੀਸ਼ਨ ਟੂ ਹੈ ਜਿਹੜੀ ਤੁਸੀਂ ਧਿਆਨ ਚ ਰੱਖਣੀ ਹੈ। ਲਿਸਨ ਟੂ ਹੁੰਦਾ, ਲਿਸਨ ਵਿਦ ਨਹੀਂ ਹੁੰਦਾ, ਲਿਸਨ ਔਨ ਨਹੀਂ ਹੁੰਦਾ, ਲਿਸਨ ਐਟ ਨਹੀਂ ਹੁੰਦਾ। ਸੋ ਲਿਸਨ ਟੂ ਵਰਡ ਹੈ ਜਿਹੜਾ ਯੂਜ਼ ਕੀਤਾ ਜਾਂਦਾ ਹੈ ਜੋ ਤੁਸੀਂ ਧਿਆਨ ਚ ਰੱਖਣਾ ਹੈ। ਅੱਗੇ ਜੀ ਤੁਹਾਡੇ ਕੋਲ ਵਰਡ ਲਾਫ। ਤਾਂ ਤੁਹਾਨੂੰ ਸਮਾਈਲ ਵੀ ਦੱਸਿਆ ਗਿਆ ਕਿ ਸਮਾਈਲ ਹੀ ਹੁੰਦਾ, ਇੱਕ ਸਮਾਈਲ ਦੇ ਨਾਲ ਵੀ ਤੁਸੀਂ ਐਟ ਦਾ ਯੂਜ਼ ਕਰ ਲੈਣੇ ਹੋ। ਸਮਾਈਲ ਐਟ ਦਾ ਮਤਲਬ ਹੁੰਦਾ ਕਿਸੇ ਦਾ ਮਜ਼ਾਕ ਵਗੈਰਾ ਬਣਾਉਣਾ। ਤਾਂ ਇੱਥੇ ਵੀ ਤੁਹਾਡੇ ਕੋਲ ਅਗੇਨ ਵਰਡ ਹੈ ਜੀ ਲਾਫ ਦੇ ਨਾਲ ਯੂਜ਼ ਕੀਤਾ ਜਾਣ ਵਾਲਾ ਵਰਡ ਹੈ ਜੀ ਐਟ। ਲਾਫ ਨਾਲ ਵੀ ਪ੍ਰੈਪੋਜੀਸ਼ਨ ਐਟ ਯੂਜ਼ ਕੀਤੀ ਜਾਂਦੀ ਹੈ। ਇਹਦਾ ਮਤਲਬ ਕੀ ਹੁੰਦਾ, ਟੂ ਮੇਕ ਫਨ। ਅਗੇਨ ਤੁਹਾਡਾ ਕਿਸੇ ਦਾ ਮਜ਼ਾਕ ਬਣਾਇਆ ਜਾ ਰਿਹਾ ਤਾਂ ਉੱਥੇ ਲਾਫ ਐਟ ਦਾ ਯੂਜ਼ ਕੀਤਾ ਜਾਂਦਾ ਹੈ। ਐਗਜ਼ਾਮਪਲ ਹੈ ਤੁਹਾਡੇ ਕੋਲ, ਦੇ ਆਰ ਲਾਫਿੰਗ ਐਟ ਮੀ। ਮਤਲਬ ਕੋਈ ਪਰਸਨ ਕਿਸੇ ਦੀ ਗੱਲ ਕੀਤੀ ਜਾ ਰਹੀ ਹੈ ਵੀ ਉਹ ਕੀ ਕਰ ਰਿਹਾ ਹੈ, ਮੇਰੇ ਉੱਤੇ ਹੱਸ ਰਹੀ ਹੈ। ਸੋ ਦੇ ਆਰ ਲਾਫਿੰਗ ਐਟ ਹੀ, ਤੇ ਉਹ ਮੇਰਾ ਕੀ ਕਰ ਰਿਹਾ, ਮਜ਼ਾਕ ਬਣਾ ਰਿਹਾ, ਮੇਰੇ ਉੱਤੇ ਹੱਸ ਰਿਹਾ। ਲਾਫ ਦੇ ਨਾਲ ਯੂਜ਼ ਕੀਤਾ ਜਾ ਰਿਹਾ ਐਟ ਦਾ। ਲਾਫ ਐਟ ਹੋ ਸਕਦਾ, ਲਾਫ ਐਟ ਹੋ ਸਕਦਾ, ਲਾਫਿੰਗ ਐਟ ਹੋ ਸਕਦਾ ਹੈ। ਤਾਂ ਤੁਸੀਂ ਇਹ ਜਿਹੜਾ ਇੱਥੇ ਦੋ ਦੀ ਕੋਈ ਵੀ ਫਾਰਮ ਯੂਜ਼ ਕੀਤੀ ਜਾ ਸਕਦੀ ਹੈ, ਬਟ ਤੁਹਾਡੇ ਕੋਲ ਹੋਏਗਾ ਕਿ ਲਾਫ ਦੇ ਨਾਲ ਹਮੇਸ਼ਾ ਐਟ ਦਾ ਹੀ ਯੂਜ਼ ਹੈ ਜਿਹੜਾ ਤੁਸੀਂ ਕਰੋਗੇ। ਟੂ ਮੇਕ ਫਨ ਆਫ ਜਿਹਦਾ ਇਹਦਾ ਮੀਨਿੰਗ ਹੁੰਦਾ ਹੈ, ਤੁਸੀਂ ਧਿਆਨ ਚ ਰੱਖੋਗੇ। ਲਾਸਟ ਹੈ ਜੀ ਆਪਣੇ ਕੋਲ ਪ੍ਰੈਪੋਜੀਸ਼ਨ ਦੈਟ ਇਜ਼ ਕੰਪਲਾਈ ਵਿਦ। ਤਾਂ ਬੇਸਿਕਲੀ ਦੇਖਿਆ ਜਾਵੇ ਤਾਂ ਕੰਪਲਾਈ ਦਾ ਮਤਲਬ ਕੀ ਹੁੰਦਾ, ਪਾਲਣ ਕਰਨਾ। ਤਾਂ ਕਿ ਤੁਹਾਨੂੰ ਅਵਾਇਡ ਵਰਡ ਕਰਾਇਆ ਉਹਦਾ ਮਤਲਬ ਵੀ ਪਾਲਣਾ ਹੀ ਹੁੰਦਾ। ਸੋ ਪਾਲਣਾ ਕਰਨੀ। ਜੇ ਤੁਹਾਡੇ ਕੋਲ ਕੰਪਲਾਈ ਦਾ ਮੀਨਿੰਗ ਹੈ ਤਾਂ ਮੀਨਿੰਗ ਤੁਸੀਂ ਸਿੰਪਲ ਕਹਿ ਹੀ ਸਕਦੇ ਹੋ। ਕੰਪਿਊਟਰ ਤੋਂ ਤੁਸੀਂ ਤੁਹਾਨੂੰ ਚਾਰ ਕਰਵਾਇਆ ਸੀ ਕਿ ਕੰਪਿਊਟਰ, ਕੰਪਲਾਈ ਦਾ ਮਤਲਬ ਕਰ ਲਓ ਕੰਪਿਊਟਰ। ਕੰਪਿਊਟਰ ਕੀ ਕਰਦਾ, ਜਿਹੜੀ ਚੀਜ਼ ਉਹਨੂੰ ਕਹਿ ਦਿੱਤੀ ਜਾਂਦੀ ਉਹੀ ਚੀਜ਼ ਲੈ ਲੈਂਦਾ। ਸੋ ਕੰਪਿਊਟਰ ਤੁਹਾਡੀ ਪਾਲਣਾ ਕਰਦਾ। ਸੋ ਕੰਪਿਊਟਰ ਕੰਪਲਾਈ ਦਾ ਮੀਨਿੰਗ ਹੈ ਤੁਹਾਡਾ ਪਾਲਣਾ ਕਰਨਾ। ਵਿਦ ਤੁਹਾਡੇ ਕੋਲ ਜਿਹੜਾ ਪ੍ਰੈਪੋਜੀਸ਼ਨ ਇਹਦੇ ਨਾਲ ਯੂਜ਼ ਕੀਤਾ ਜਾਂਦਾ। ਕੰਪਲਾਈ ਵਿਦ ਤੁਹਾਡੇ ਕੋਲ ਕੀ ਪੂਰੀ ਪੂਰੀ ਫਰੇਜ਼ ਆ ਤੁਸੀਂ ਆਨਸਰ ਰੱਖਣੀ ਹੈ। ਮੀਨਿੰਗ ਹੁੰਦਾ ਹੈ ਟੂ ਐਕਟ ਅਕੋਰਡਿੰਗ ਟੂ ਅ ਰੂਲ, ਰਿਕੁਐਸਟ ਔਰ ਡਿਮਾਂਡ। ਮਤਲਬ ਤੁਸੀਂ ਕਿਸੇ ਰੂਲ ਅਕੋਰਡਿੰਗ ਚੱਲ ਰਹੇ ਹੋ, ਉਹੀ ਸੇਮ ਚੀਜ਼ ਰੂਲ ਦੀ ਪਾਲਣਾ ਕਰ ਰਹੇ ਹੋ। ਕਿਸੇ ਦੀ ਰਿਕੁਐਸਟ ਅਕੋਰਡਿੰਗ ਚੱਲ ਰਹੇ ਹੋ, ਡਿਮਾਂਡ ਅਕੋਰਡਿੰਗ ਚੱਲ ਰਹੇ ਹੋ, ਇਹਦਾ ਮੀਨਿੰਗ ਹੁੰਦਾ ਕੰਪਲਾਈ ਵਿਦ। ਤੁਸੀਂ ਇਹ ਜਿਹੜਾ ਫਰੇਜ਼ ਦਾ ਯੂਜ਼ ਕਰੋਗੇ। ਐਗਜ਼ਾਮਪਲ ਹੈ ਤੁਹਾਡੇ ਕੋਲ ਜੀ, ਹੀ ਵਾਸ ਜੇਲਡ ਫॉर ਰਿਫਿਊਜ਼ਿੰਗ ਟੂ ਕੰਪਲਾਈ ਵਿਦ ਦਾ ਕੋਡ। ਤਾਂ ਹੁਣ ਕਿਸੇ ਪਰਸਨ ਨੂੰ ਗੱਲ ਕੀਤੀ ਜਾ ਰਹੀ ਹੈ ਕਿ ਹੋ ਗਿਆ, ਜੇਲ ਕੀਤੀ ਜਾ ਰਹੀ ਹੈ, ਜੇਲ ਕੀਤਾ ਜਾ ਰਿਹਾ ਮਤਲਬ
ਇੰਪ੍ਰਿਜ਼ਨਮੈਂਟ ਕਰ ਦਿੱਤੀ ਗਈ ਹੈ। ਇੰਪ੍ਰਿਜ਼ਨਮੈਂਟ ਕੀਤੀ ਗਈ ਹੈ, ਕਿਉਂ ਕੀਤੀ ਗਈ? ਬਿਕੋਜ਼ ਉਹਨੇ ਰਿਫਿਊਜ਼ ਕੀਤਾ ਸੀ। ਕੀ ਕੀਤਾ ਸੀ? ਰਿਫਿਊਜ਼। ਰਿਫਿਊਜ਼ ਦਾ ਮਤਲਬ ਕਹਿੰਦਾ ਇਨਕਾਰ ਕੀਤਾ ਸੀ, ਮਨਾ ਕੀਤਾ ਸੀ ਕੀ ਕਰਨ ਤੋਂ? ਕੰਪਲਾਈ ਵਿਦ ਦਾ ਕੋਰਟਸ ਆਰਡਰ, ਵੀ ਕੋਰਟ ਦੇ ਆਰਡਰ ਮੰਨਣ ਤੋਂ ਉਹਨੇ ਕੀ ਕਰਤਾ? ਇਨਕਾਰ ਤਾਂ ਕਰਤਾ। ਇਸ ਕਰਕੇ ਕੀ ਕੀਤਾ ਗਿਆ? ਉਹਨੂੰ ਜੇਲ੍ਹ ਕੀਤੀ ਗਈ ਹੈ। ਸੋ ਕੰਪਲਾਈ ਵਿਦ ਦਾ ਮਤਲਬ ਕਹਿੰਦਾ ਪਾਲਣਾ ਕਰਨਾ। ਹੁਣ ਉਹ ਪਰਸਨ ਨਹੀਂ ਕਰ ਰਿਹਾ ਸੀ ਕੰਪਲਾਈ ਵਿਦ ਕਿਹਦੇ ਨਾਲ? ਕੋਰਟ ਦੇ ਆਰਡਰ ਦੇ ਨਾਲ। ਸੋ ਉਹਨੂੰ ਕੀ ਕਰ ਦਿੱਤੀ ਗਈ ਹੈ? ਜੇਲ੍ਹ ਕਰ ਦਿੱਤੀ ਗਈ ਹੈ। ਇਹ ਸੀ ਤੁਹਾਡਾ ਸੈਂਟੈਂਸ। ਤਾਂ ਹਾਂਜੀ, ਤਾਂ ਆਪਾਂ ਅੱਜ ਦੀ ਕਲਾਸ ਦੇ ਵਿੱਚ ਡਿਸਕਸ ਕੀਤੇ ਤਿੰਨ ਫਿਕਸਡ ਪ੍ਰੈਪੋਜੀਸ਼ਨਸ। ਫਰਸਟ ਸੀ ਆਪਣੇ ਕੋਲੇ ਲਿਸਨ ਦੇ ਨਾਲ, ਸੈਕੰਡ ਜਿਹੜਾ ਵਰਡ ਆਪਾਂ ਦੇਖਿਆ ਸੀ ਲਾਫ, ਤਾਂ ਥਰਡ ਦੇਖਿਆ ਸੀ ਆਪਾਂ ਕੰਪਲਾਈ। ਲਿਸਨ ਦੇ ਨਾਲ ਟੂ ਯੂਜ਼ ਕੀਤਾ ਜਾਂਦਾ, ਲਾਫ ਦੇ ਨਾਲ ਐਟ ਦਾ ਯੂਜ਼ ਕੀਤਾ ਜਾਂਦਾ, ਸਮਾਈਲ ਦੇ ਨਾਲ ਵੀ ਐਟ ਯੂਜ਼ ਕੀਤਾ ਜਾਂਦਾ। ਧਿਆਨ ਚ ਰੱਖਿਓ, ਕੰਪਲਾਈ ਦੇ ਨਾਲ ਤੁਸੀਂ ਵਿਦ ਦਾ ਯੂਜ਼ ਕਰਦੇ। ਤਾਂ ਇਹ ਆ ਜਿਹੜੇ ਤੁਹਾਡੇ ਕੋਲੇ ਫਿਕਸ ਪ੍ਰੈਪੋਜੀਸ਼ਨ ਦੇ ਅੱਜ ਦੇ ਵਰਡ, ਲਿਸਨ ਟੂ, ਲਾਫ ਐਟ, ਕੰਪਲਾਈ ਵਿਦ। ਆਈ ਹੋਪ ਤੁਹਾਨੂੰ ਇਹ ਤਿੰਨੋਂ ਯਾਦ ਹੋ ਗਏ ਹੋਣਗੇ। ਬਾਕੀ ਇਹਨਾਂ ਦਾ ਮੀਨਿੰਗ ਪਤਾ ਲੱਗ ਗਿਆ ਹੋਗਾ। ਲਿਸਨ ਟੂ ਮਤਲਬ ਕਿਸੇ ਨੂੰ ਧਿਆਨ ਨਾਲ ਸੁਣਨਾ, ਲਾਫ ਐਟ ਕਿਸੇ ਦਾ ਫਨ ਕਰਨਾ, ਮਤਲਬ ਸੇਮ ਚੀਜ਼ ਕਿਸੇ ਦਾ ਮਜ਼ਾਕ ਉਡਾਉਣਾ, ਟੂ ਮੇਕ ਫਨ ਆਫ। ਐਂਡ ਦ ਲਾਸਟ ਵਿੱਚ ਵਰਡ ਆਪਣੇ ਕੋਲੇ ਕੰਪਲਾਈ ਵਿਦ, ਮਤਲਬ ਕਿ ਤੁਹਾਡੇ ਕੋਲੇ ਪਾਲਣਾ ਕਰਨੀ, ਕਿਸੇ ਐਕਟ ਅਕੋਰਡਿੰਗ ਟੂ ਰੂਲ, ਰਿਕੁਐਸਟ ਹੋ ਡਿਮਾਂਡ ਹੋ ਗਿਆ ਤਾਂ ਉਹਦੇ ਅਕੋਰਡਿੰਗ ਚੱਲਣਾ। ਸੋ ਤੁਹਾਡੇ ਕੋਲੇ ਕੰਪਲਾਈ ਵਿਦ ਆ ਗਿਆ। ਇਹ ਸੀ ਜੀ ਤੁਹਾਡਾ ਅੱਜ ਦਾ ਫਿਕਸ ਪ੍ਰੈਪੋਜੀਸ਼ਨ ਦਾ ਪੋਰਸ਼ਨ। ਇਹਦੇ ਨਾਲ ਹੀ ਤੁਹਾਡੀ ਕਲਾਸ ਹੈ ਜਿਹੜੀ ਆਪਾਂ ਇੱਥੋਂ ਕਰਦੇ ਹਾਂ ਓਵਰ। ਮਿਲਾਂਗੇ ਹੁਣ ਨੈਕਸਟ ਸੈਸ਼ਨ ਦੇ ਵਿੱਚ ਅਗੇਨ ਨਵੇਂ ਵਨ ਵਰਡ ਸਬਸਟੀਟਿਊਸ਼ਨ ਦੇ ਨਾਲ ਇਡੀਅਮ ਫਰੇਜ਼ਲ ਲੈ ਕੇ ਆਵਾਂਗੇ ਤੁਹਾਡੇ ਲਈ। ਸਪੈਲਿੰਗ ਐਰਰ ਦਾ ਪੋਰਸ਼ਨ ਤੁਹਾਨੂੰ ਕਰਵਾਵਾਂਗੇ। ਫਿਕਸ ਪ੍ਰੈਪੋਜੀਸ਼ਨ ਆਪਾਂ ਕਰਾਂਗੇ। ਸਿਨੋਨਿਮ ਐਂਟੋਨਿਮ ਜਿਹੜੇ ਆਪਾਂ ਡਿਸਕਸ ਕਰਾਂਗੇ। ਆਈ ਹੋਪ ਜਿੰਨੀਆਂ ਵੀ ਕਲਾਸਾਂ ਤੁਹਾਨੂੰ ਕਰਵਾਈਆਂ ਜਾ ਰਹੀਆਂ ਤੁਸੀਂ ਅਟੈਂਡ ਕਰ ਰਹੇ ਹੋਗੇ, ਧਿਆਨ ਨਾਲ ਜਿਹੜੇ ਵਰਡ ਨੇ ਤੁਸੀਂ ਨੋਟ ਕਰ ਰਹੇ ਹੋਗੇ, ਬਿਕੋਜ਼ ਜਿੰਨਾ ਵੋਕੈਬ ਦਾ ਪੋਰਸ਼ਨ ਤੁਸੀਂ ਰਿਵਾਈਜ਼ ਕਰੋਗੇ ਤੁਹਾਡਾ ਹੋਣਾ ਹੀ ਹੈ ਜਿਹੜਾ ਇਹ ਕਲੀਅਰ ਹੋਏਗਾ। ਹਾਂਜੀ, ਤਾਂ ਹੁਣ ਨਵੇਂ ਸੈਸ਼ਨ ਦੇ ਵਿੱਚ ਮਿਲਾਂਗੇ, ਨਵੇਂ ਵਰਡਸ ਦੇ ਨਾਲ ਮਿਲਾਂਗੇ। ਤਾਂ ਤਦ ਤੱਕ ਲਈ ਜਿਹੜਾ ਹੈਗਾ ਆਪਣਾ ਪਿਛਲਾ ਕੰਮ ਤੁਸੀਂ ਰਿਵਾਈਜ਼ ਕਰ ਲੈਣਾ ਹੈ। ਹਾਂਜੀ, ਥੈਂਕ ਯੂ।